स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪਿਛਲੇ ਕੁਝ ਸਾਲਾਂ ਤੋਂ ਆਵਾਰਾ ਪਸ਼ੂਆਂ ਦਾ ਕਹਿਰ ਪੰਜਾਬ ਦੇ ਵਿੱਚ ਇਸ ਕਦਰ ਹੋ ਰਿਹਾ ਕਿ ਘਰਾਂ ਦੇ ਘਰ ਉਜੜ ਰਹੇ ਨੇ, ਘਰਾਂ ਤੇ ਚਿਰਾਗ ਬੁਝ ਰਹੇ ਨੇ, ਪਰ ਸਰਕਾਰਾਂ ਹਲੇ ਵੀ ਸੁੱਤੀਆਂ ਹੋਈਆਂ ਨੇ। ਇਹ ਅਜਿਹਾ ਨਹੀਂ ਹੈ ਕਿ ਜਦੋਂ ਕੋਈ ਹਾਦਸਾ ਹੋਇਆ ਹੋਵੇ ਉਸ ਤੋਂ ਬਾਅਦ ਫੌਰੀ ਤੌਰ ਤੇ ਕੋਈ ਕਾਰਵਾਈ ਹੋਈ ਹੋਵੇ। ਇੱਕ ਤੋਂ ਬਾਅਦ ਇੱਕ ਹਾਦਸੇ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਭਾਵੇਂ ਉਹ ਆਵਾਰਾ ਪਸ਼ੂ ਹੋਣ, ਆਵਾਰਾ ਕੁੱਤੇ ਹੋਣ, ਆਵਾਰਾ ਟੱਠੇ ਹੋਣ, ਆਵਾਰਾ ਗਾਵਾਂ ਹੋਣ, ਇਹਨਾਂ ਕਰਕੇ ਲਗਾਤਾਰ ਹਾਦਸੇ ਹੋ ਰਹੇ ਨੇ, ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ। ਮਾਮਲਾ ਵਿਧਾਨ ਸਭਾ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਅਮਨ ਅਰੋੜਾ, ਉਹਨਾਂ ਨੇ ਮਤਾ ਵੀ ਲਿਆਂਦਾ ਕਿ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਬੁੱਚੜਖਾਨੇ ਭੇਜ ਦੇਣਾ ਚਾਹੀਦਾ, ਜਿਸ ਤੇ ਵਿਰੋਧ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਕਾਂਗਰਸ ਨੇ ਤੇ ਬੀਜੇਪੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਕਿ ਇਹ ਮਤਾ ਪ੍ਰਵਾਨ ਨਹੀਂ ਹੋਣਾ ਚਾਹੀਦਾ, ਇਹ ਮਤਾ ਠੀਕ ਨਹੀਂ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਦੇ ਗੱਲ ਹੋਈ ਹੋਵੇ ਕਿ ਇਹਨਾਂ ਆਵਾਰਾ ਪਸ਼ੂ ਨੂੰ ਬੁੱਚੜਖਾਨੇ ਭੇਜ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵੀ ਬੜੀ ਵਾਰ ਵਿਚਾਰਾਂ ਵੀ ਹੋਈਆਂ ਔਰ ਉਸ ਦੇ ਨਤੀਜੇ ਖਤਰਨਾਕ ਤਰੀਕੇ ਨਾਲ ਭੁਗਤਣੇ ਵੀ ਪਏ ਨੇ ਕਈ ਪਾਰਟੀਆਂ ਨੂੰ। ਪਰ ਮਸਲਾ ਬਹੁਤ ਵੱਡਾ, ਮਸਲਾ ਬਹੁਤ ਗੰਭੀਰ ਹੈ। ਇਸ ਮਸਲੇ ਦਾ ਹੱਲ ਕੀ ਹੋਣਾ ਚਾਹੀਦਾ, ਇਹ ਜ਼ਰੂਰ ਸੋਚਣਾ ਚਾਹੀਦਾ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਜ਼ਰੂਰ ਹੋ ਸਕਦੀਆਂ ਨੇ, ਪਰ ਧਾਰਮਿਕ ਭਾਵਨਾਵਾਂ ਨੂੰ ਹੀ ਸਿਰਫ ਧਿਆਨ ਦੇ ਵਿੱਚ ਰੱਖਦੇ ਹੋਇਆ ਇਸ ਸਮੱਸਿਆ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਬਜਟ ਦੇ ਵਿੱਚ ਵੀ ਐਲੋਕੇਸ਼ਨ ਕੀਤੀ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਤੋਂ ਬਚਣ ਦੇ ਲਈ ਤਕਰੀਬਨ 25 ਕਰੋੜ ਰੁਪਇਆ ਸਿਰਫ ਰੱਖਿਆ ਗਿਆ ਕਿ ਅਸੀਂ ਇਹਨਾਂ ਆਵਾਰਾ ਪਸ਼ੂਆਂ ਨੂੰ ਸਾਂਭਾਂਗੇ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਨਾਲ ਕਰ ਦਿੰਦੇ ਹਾਂ, ਫਿਰ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ ਕਿ ਮਸਲਾ ਕਿੰਨਾ ਕੁ ਗੰਭੀਰ ਹੈਗਾ। ਗੁਰਵਿੰਦਰ ਸਿੰਘ ਬਾਲੀ ਸਾਹਿਬ ਮੌਜੂਦ ਨੇ, ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਸੁਰਜੀਤ ਸਿੰਘ ਸਵੈਤ ਸਾਹਿਬ ਬੁਲਾਰ ਨੇ ਪੰਜਾਬ ਕਾਂਗਰਸ ਦੇ। ਗੋਵਿੰਦਰ ਮਿੱਤਲ ਸਾਹਿਬ ਬੁਲਾਰ ਨੇ ਆਮ ਆਦਮੀ ਪਾਰਟੀ ਦੇ। ਹਰਜੀਤ ਸਿੰਘ ਗਰੇਵਾਲ ਸਾਹਿਬ ਬੁਲਾਰ ਨੇ ਪੰਜਾਬ ਬੀਜੇਪੀ ਦੇ। ਭਾਰਦਵਾਜ ਵਿਜੇ ਸਿੰਘ ਜੀ ਪ੍ਰਧਾਨ ਨੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ। ਅੱਗੇ ਵਧਣ ਤੋਂ ਪਹਿਲਾਂ ਕੁਝ ਡੇਟਾ ਸਾਡੇ ਕੋਲ ਹੈਗਾ, ਕੁਝ ਅੰਕੜੇ ਨੇ ਜਿਹੜੇ ਹੈਰਾਨ ਕਰਨ ਵਾਲੇ ਨੇ ਕਿ ਇਹ ਸਮੱਸਿਆ ਕਿੰਨੀ ਕੁ ਗੰਭੀਰ ਹੈਗੀ ਹੈ ਤੇ ਸਮੱਸਿਆ ਨੂੰ ਜਿੱਠਿਆ ਕਿੰਨੇ ਸੌਖੇ ਤਰੀਕੇ ਨਾਲ ਜਾ ਸਕਦਾ ਜੇ ਤੁਹਾਡੀ ਨੀਅਤ ਤੇ ਨੀਤੀ ਸਾਫ਼ ਹੋਵੇ। ਬੜੇ ਦਿਨਾਂ ਦੇ ਵਿੱਚ, ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਇਸ ਸਮੱਸਿਆ ਤੇ ਹੱਲ ਕਰ ਸਕਦੇ ਹੋ, ਠੱਲ ਪਾ ਸਕਦੇ ਹੋ। ਸਰਕਾਰ ਦੇ ਕੋਲ ਕੁੱਲ ਗਊ ਸੈਸ ਦੇ ਰੂਪ ਦੇ ਵਿੱਚ 87 ਕਰੋੜ ਰੁਪਇਆ ਜਮ੍ਹਾਂ, ਜਿਹੜਾ ਹਾਲੇ ਤੱਕ ਉਸ ਵਿਭਾਗ ਨੂੰ ਨਹੀਂ ਦਿੱਤਾ ਗਿਆ ਜਿਸ ਦਾ ਇਹ ਮਹਿਕਮਾ ਜਿਹਦੀ ਸਾਂਭ ਸੰਭਾਲ ਗਊਆਂ ਦੀ ਜਿਹਨੇ ਕਰਨੀ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ। ਆਵਾਰਾ ਗਊਆਂ ਦੀ ਗਿਣਤੀ 1 ਲੱਖ, ਇਹ ਰਿਕਾਰਡ ਜਿਹੜਾ ਸਰਕਾਰ ਦੇ ਸਰਕਾਰੀ ਅਦਾਰੇ ਨੇ ਦਿੱਤਾ। 1 ਲੱਖ ਆਵਾਰਾ ਗਊਆਂ ਜਿਹੜੀਆਂ ਉਹ ਪੰਜਾਬ ਦੀਆਂ ਸੜਕਾਂ ਤੇ ਘੁੰਮ ਰਹੀਆਂ। ਤੁਸੀਂ ਹਿਸਾਬ ਲਾਓ ਕਿ ਕਿੱਡਾ ਵੱਡਾ ਇਹ ਅੰਕੜਾ। ਸੂਬੇ ਦੇ ਵਿੱਚ ਪ੍ਰਾਈਵੇਟ ਗਊਸ਼ਾਲਾ ਦੀ ਗਿਣਤੀ ਸਿਰਫ 512 ਗਊਸ਼ਾਲਾਵਾਂ ਨੇ ਜਿਹੜੀਆਂ ਪ੍ਰਾਈਵੇਟ ਨੇ, ਸਰਕਾਰੀ ਛੱਡ ਦਈਏ ਤਾਂ। ਜਿਹੜੀ ਮੈਂ ਗੱਲ 87 ਕਰੋੜ ਦੀ ਕੀਤੀ ਸੀ, ਉਸ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਕੋਲ 41 ਕਰੋੜ ਰੁਪਏ ਪਏ ਨੇ ਗਊ ਸੈਸ ਦੇ ਰੂਪ ਦੇ ਵਿੱਚ, ਜਿਹੜੇ ਸ਼ਰਾਬ ਵੇਚ ਕੇ ਇਕੱਠੇ ਕੀਤੇ ਜਾਂਦੇ ਨੇ, ਨਹੀਂ ਦਿੱਤੇ ਗਏ। ਟਰਾਂਸਪੋਰਟ ਵਿਭਾਗ ਦੇ ਕੋਲ 16 ਕਰੋੜ ਰੁਪਏ ਪਏ ਨੇ ਜਿਹੜੇ ਇਕੱਠੇ ਕੀਤੇ ਜਾਂਦੇ ਨੇ ਗਊ ਸੈਸ ਦੇ ਰੂਪ ਦੇ ਵਿੱਚ, ਨਹੀਂ ਦਿੱਤੇ ਗਏ ਡਿਪਾਰਟਮੈਂਟ ਨੂੰ। PSPCL ਦੇ ਕੋਲ 5 ਕਰੋੜ 20 ਲੱਖ ਰੁਪਏ ਪਏ ਨੇ ਜਿਹੜੇ ਨਹੀਂ ਦਿੱਤੇ ਗਏ, ਜਿਹੜੇ ਗਊ ਸੈਸ ਦੇ ਰੂਪ ਦੇ ਵਿੱਚ ਇਕੱਠੇ ਕੀਤੇ ਜਾਂਦੇ ਨੇ। ਸਥਾਨਕ ਸਰਕਾਰਾਂ ਵਿਭਾਗ ਦੇ ਕੋਲ 25 ਕਰੋੜ ਰੁਪਏ ਪਏ ਨੇ ਜਿਹੜੇ ਹਾਲੇ ਤੱਕ ਸੰਬੰਧਿਤ ਵਿਭਾਗ ਨੂੰ ਨਹੀਂ ਦਿੱਤੇ ਗਏ। ਕੁੱਲ ਗਿਣਤੀ ਜਿਹੜੀ ਗਊਆਂ ਦੀ ਪੰਜਾਬ ਦੇ ਵਿੱਚ 25 ਲੱਖ ਹੈ, ਜਿਨ੍ਹਾਂ ਦੇ ਵਿੱਚੋਂ 1 ਲੱਖ ਆਵਾਰਾ ਫਿਰ ਰਹੀਆਂ ਨੇ ਔਰ ਇਸ ਤੋਂ ਇਲਾਵਾ ਗਊਸ਼ਾਲਾਵਾਂ ਦੇ ਵਿੱਚ ਕਿੰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਬਜਟ ਦੇ ਵਿੱਚ ਆਵਾਰਾ ਗਊਆਂ ਦੀ ਸਮੱਸਿਆ ਦੇ ਲਈ 25 ਕਰੋੜ ਰੁਪਏ ਰੱਖੇ ਗਏ ਨੇ। ਗਊਸ਼ਾਲਾਵਾਂ ਦੇ ਵਿੱਚ 3,84,000 ਗਊਆਂ ਨੇ ਜਿਹੜੀਆਂ ਉਹ ਫਿਲਹਾਲ ਲੈ ਰਹੀਆਂ ਨੇ। ਜੇਕਰ ਪਿਛਲੇ 3 ਸਾਲਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਕਿ ਕਿੰਨੇ ਹਾਦਸੇ ਹੋਏ ਨੇ, 500 ਸੜਕ ਹਾਦਸੇ, ਵੱਡੇ ਸੜਕ ਹਾਦਸੇ 3 ਸਾਲਾਂ ਦੇ ਵਿੱਚ ਹੋਏ ਨੇ ਇਹਨਾਂ ਆਵਾਰਾ ਪਸ਼ੂਆਂ ਕਰਕੇ। 370 ਦੇ ਕਰੀਬ ਕੀਮਤੀ ਜਾਨਾਂ ਗਈਆਂ ਨੇ ਇਹਨਾਂ ਆਵਾਰਾ ਪਸ਼ੂਆਂ ਕਰਕੇ। ਤੇ ਅਸੀਂ ਹਾਲੇ ਵੀ ਸਵਾਲ ਖੜੇ ਕਰਦੇ ਹਾਂ ਕਿ ਬੁੱਚੜਖਾਨੇ 'ਚ ਅਸੀਂ ਨਹੀਂ ਭੇਜ ਸਕਦੇ, ਬੰਦੇ ਜਿੰਨੇ ਮਰਜ਼ੀ ਮਰਦੇ ਰਹਿਣ। ਸਭ ਤੋਂ ਪਹਿਲਾ ਸਵਾਲ ਮੇਰਾ, ਮੈਂ ਸਵੈਤ ਸਾਹਿਬ ਤੁਹਾਡੇ ਤੋਂ ਹੀ ਜਾਣਨਾ ਚਾਹਨਾ, ਜਿਹੜੇ ਆਮ ਆਦਮੀ ਪਾਰਟੀ ਇੱਕ ਮਤਾ ਲੈ ਕੇ ਆਈ ਹੈ ਕਿ ਨਾ ਆਵਾਰਾ ਪਸ਼ੂਆਂ ਨੂੰ ਹੋਰ ਕੁਝ ਨਹੀਂ ਕਰ ਸਕਦੇ। ਹੋਰ ਕੁਝ ਨਹੀਂ ਮੈਂ ਇਸ ਲਈ ਕਹਿ ਰਿਹਾ ਕਿ ਜਿਹੜੇ ਮੈਂ ਆંકੜੇ ਪੇਸ਼ ਕੀਤੇ ਨੇ, 87 ਕਰੋੜ, ਇੱਕ ਖੜਾ 512 ਕਰੋੜ, ਇੱਕ ਹੈ 41 ਕਰੋੜ, ਇੱਕ ਹੈ 16 ਕਰੋੜ, ਇੱਕ ਹੈ 5 ਕਰੋੜ, ਇੱਕ ਹੈ 25 ਕਰੋੜ, ਇੱਕ ਹੈ ਇਹ ਕਰੋੜਾਂ ਰੁਪਈਏ। ਇਹ ਸਿਰਫ ਲੋਕਾਂ ਤੋਂ ਗਊ ਸੈਸ ਦੇ ਰੂਪ ਦੇ ਵਿੱਚ ਤੁਸੀਂ ਇਕੱਠੇ ਕਰਦੇ ਹੋ ਔਰ ਜਿੱਥੇ ਲਾਣਾ ਉੱਥੇ ਖਰਚ ਨਹੀਂ ਕੀਤੇ ਜਾਂਦੇ। ਜੇਕਰ ਇਹ ਗਊ ਸੈਸ ਦੇ ਰੂਪ ਦੇ ਵਿੱਚ ਇਕੱਠੇ ਕੀਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਤਾਂ ਮੈਨੂੰ ਨਹੀਂ ਲੱਗਦਾ ਇੱਕ ਵੀ ਹਾਦਸਾ ਹੁਣ ਹੋਇਆ ਹੁੰਦਾ। ਪਰ ਇਸ ਦੇ ਬਾਵਜੂਦ ਹਾਦਸੇ ਹੋ ਰਹੇ ਨੇ। ਜੇ ਹਾਦਸਿਆਂ ਤੇ ਤੁਸੀਂ ਠੱਲ ਨਹੀਂ ਪਾ ਸਕਦੇ, ਗਊ ਸੈਸ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕੀਤਾ ਹੋਇਆ ਉੱਥੇ ਲਾ ਨਹੀਂ ਸਕਦੇ ਜਿੱਥੇ ਲਾਇਆ ਜਾਣਾ ਚਾਹੀਦਾ, ਤੇ ਫਿਰ ਬੁੱਚੜਖਾਨੇ ਕਿਉਂ ਨਾ ਭੇਜਿਆ ਜਾਵੇ? ਦੇਖੋ ਜੀ, ਇਹਦੇ ਦੋ ਪਹਿਲੂ ਨੇ ਜੀ। ਪਹਿਲੀ ਗੱਲ ਤਾਂ ਆਪਾਂ ਉਹਨੇ ਵੀ ਕੀ ਆਪਾਂ ਗਊਆਂ ਨੂੰ ਬੁੱਚੜਖਾਨੇ ਭੇਜ ਸਕਦੇ, ਨਹੀਂ ਭੇਜ ਸਕਦੇ। ਇਸ ਮਸਲੇ ਤੇ ਜੀ ਦੇਖੋ, ਗਊ ਹੱਤਿਆ ਦੇ ਅਸੀਂ ਖਿਲਾਫ ਹਾਂ ਜੀ, ਕਿਉਂਕਿ ਆਪਣੇ ਜਿਹੜੀ ਹਿੰਦੁਸਤਾਨ ਦੀ ਪੰਜਾਬ ਇਨਸਾਨੀ ਹੱਤਿਆ ਦੇ ਖਿਲਾਫ ਹੋ ਕੇ ਹੱਕ ਚੋਂ ਸੰਸਕ੍ਰਿਤੀ ਜਿਹੜੀ ਹੈਗੀ ਹੈ, ਇਨਸਾਨੀ ਹੱਤਿਆ ਦੇ ਹੱਕ ਚੋਂ ਕੇ ਖਿਲਾਫ। ਮੈਂ ਜਵਾਬ ਦੇ ਦੇਣਾ, ਗਊ ਹੱਤਿਆ ਦੇ ਤੁਸੀਂ ਖਿਲਾਫ ਹੋ। 512 ਮੌਤਾਂ ਹੋ ਗਈਆਂ, ਉਹ ਗਊ ਹੱਤਿਆ ਨਾ ਕਰਕੇ ਤੁਸੀਂ ਇਨਸਾਨੀ ਹੱਤਿਆਵਾਂ ਕਰ ਰਹੇ ਹੋ। ਮੈਂ ਪੂਰੀ ਕਰ ਲਾਂ ਗੱਲ ਆਪਣੀ ਜੀ। ਕਿਉਂਕਿ ਸੰਵਿਧਾਨ ਦੇ ਵਿੱਚ ਧਾਰਾ 48 ਜਿਹੜੀ ਕਹਿੰਦੀ ਹੈਗੀ ਹੈ ਕਿ ਭਾਰਤ ਦੀ ਜੋ ਸਰਕਾਰ ਹੈਗੀ ਹੈ ਇਹ ਗਊ ਹੱਤਿਆ ਜਿਹੜੀ ਹੈਗੀ ਬੰਦ ਕਰੇਗੀ, ਹਰ ਹਾਲਤ 'ਚ ਕਿਸੇ ਵੀ ਤਰ੍ਹਾਂ ਗਊ ਹੱਤਿਆ ਨਹੀਂ ਹੋਏਗੀ।
ਪੰਜਾਬ ਦੇ ਵਿੱਚ 1955 ਦੇ ਵਿੱਚ ਇੱਕ ਐਕਟ ਬਣਿਆ ਜੀ, ਜਿਹੜਾ ਪੰਜਾਬ ਗਊ ਹੱਤਿਆ ਤੇ ਬੀਫ ਜਿਹੜਾ ਖਾਣਾ ਇਹਨੂੰ ਬੰਦ ਕਰਦਾ, ਮਨਾਹੀ ਕਰਦਾ ਇਹਦੇ ਵਾਸਤੇ ਉਦੋਂ 5 ਸਾਲ ਦੀ ਕੈਦ ਰੱਖੀ ਗਈ ਸੀ, 2000 ਜੁਰਮਾਨਾ ਸੀਗਾ। ਤੇ ਉਸ ਤੋਂ ਬਾਅਦ 1981 ਦੇ ਵਿੱਚ ਇਹਨੂੰ ਜਿਹੜਾ ਕੀਤਾ ਗਿਆ ਕਿ ਗਊਆਂ ਦੀ ਜਿਹੜੀ ਐਕਸਪੋਰਟ ਹੈਗੀ ਹੈ, ਜਿਹੜੀ ਬਾਹਰ ਭੇਜਣਾ ਹੈ, ਉਹ ਵੀ ਬੰਦ ਕਰ ਦਿੱਤਾ ਗਿਆ ਜੀ। ਤੇ ਹੁਣ 2001 ਦੇ ਵਿੱਚ ਜਿਹੜੀ ਸਜ਼ਾ ਵਧਾ ਕੇ ਨਾ ਜੀ, ਕੋਈ ਗਊ ਹੱਤਿਆ ਕਰੇਗਾ ਜਾਂ ਜਿਹੜਾ ਬੀਫ ਦੀ ਜਿਹੜਾ ਕੋਈ ਸੇਲ ਪਰਚੇਜ਼ ਕਰੇਗਾ, ਉਹਦੇ ਵਾਸਤੇ 10 ਸਾਲ ਦਾ ਜਿਹੜਾ ਹੈਗਾ 2011 ਦੇ ਵਿੱਚ ਇਹ ਪੰਜਾਬ ਸਰਕਾਰ ਨੇ ਕੀਤਾ ਹੈ ਜੀ। ਤੇ ਪੂਰੇ ਦੇਸ਼ ਦੇ ਵਿੱਚ ਵੀ ਬਾਕੀ ਸੂਬਿਆਂ ਦੇ ਵਿੱਚ ਵੀ ਗਊ ਹੱਤਿਆ ਦੇ ਸਖਤ ਖਿਲਾਫ ਜਿਹੜੇ ਹੈਗੇ ਕਾਨੂੰਨ ਪਾਸ ਕੀਤੇ ਗਏ। ਇਹ ਤਾਂ ਪਹਿਲਾ ਹੈਗਾ ਜੀ ਕਿ ਗਊ ਹੱਤਿਆ ਜਿਹੜੀ ਹੈਗੀ ਹੈ ਇਹਨਾਂ ਨੂੰ ਅਸੀਂ ਬੁੱਚੜਖਾਨੇ 'ਚ ਨਹੀਂ ਭੇਜ ਸਕਦੇ। ਇਹ ਸੰਵਿਧਾਨ ਦੇ ਮੁਤਾਬਕ ਤੇ ਸਾਡੇ ਕਾਨੂੰਨ ਦੇ ਮੁਤਾਬਕ ਤੇ ਸਾਡੀ ਜਿਹੜੀ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਜਿਹੜਾ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਈ ਹੈਗੀ ਹੈ, ਸੋ ਉਹ ਸੰਵਿਧਾਨ ਦੇ ਖਿਲਾਫ ਹੈਗਾ, ਸਾਡੀ ਸੰਸਕ੍ਰਿਤੀ ਦੇ ਖਿਲਾਫ ਹੈਗਾ। ਉਹ ਗਊ ਹੱਤਿਆ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਖਿਲਾਫ ਹੈਗਾ, ਉਹ ਬਿਲਕੁਲ ਗਲਤ ਸੀਗਾ। ਹੁਣ ਦੂਜੀ ਗੱਲ ਆਉਂਦੀ ਹੈ ਕਿ ਜਿਹੜੀਆਂ ਇੰਨੀਆਂ ਗਊਆਂ ਅਵਾਰਾ ਫਿਰ ਰਹੀਆਂ ਨੇ, ਸੜਕਾਂ 'ਤੇ ਘੁੰਮ ਰਹੀਆਂ ਨੇ, ਤੇ ਤੁਸੀਂ ਇਹਨਾਂ ਦੀ ਐਕਸੀਡੈਂਟ ਦੀ ਗੱਲ ਕੀਤੀ ਹੈ, ਤੁਸੀਂ ਜਿਹੜੇ ਕਿੰਨੀਆਂ ਦੇਖੋ ਜਾਨਾਂ ਗਈਆਂ ਨੇ, ਇਹ ਦੂਜਾ ਪਹਿਲੂ ਹੈਗੀ। ਇਹ ਬਹੁਤ ਗੰਭੀਰ ਸਮੱਸਿਆ ਹੈਗੀ ਹੈ ਜੀ। ਜਾਨ ਇੱਕ ਵੀ ਨਹੀਂ ਜਾਣੀ ਚਾਹੀਦੀ। ਗਲਤ ਕਿਉਂ ਗਈਆਂ? ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਢਿੱਲ ਰਹੀ ਹੈ, ਚਾਹੇ ਸਾਡੀ ਸਰਕਾਰ ਵੀ, ਚਾਹੇ ਪਹਿਲਾਂ ਵੀ ਰਹੀ ਹੈ। ਜਿੰਨਾ ਪੈਸਾ ਸਾਡੇ ਕੋਲ ਆਉਂਦਾ ਗਊ ਸੈਸ ਦਾ ਹੈਗਾ ਜੀ, 87 ਕਰੋੜ ਪਿਛਲਾ ਪਿਆ ਹੈ ਤੇ 25 ਕਰੋੜ ਇਸ ਦੇਖਿਆ। ਚਲੋ ਹੁਣ ਤੱਕ ਜੋ ਹੋ ਗਿਆ ਉਹ ਤਾਂ ਅੰਡਰ ਨਹੀਂ ਕੀਤਾ ਸਕਦਾ, ਕੋਈ ਜਾਨ ਗਈ ਹੈ ਵਾਪਸ ਨਹੀਂ ਆ ਸਕਦੀ। ਲੇਕਿਨ ਸਾਡੀ ਸਰਕਾਰ ਦੀ ਇਹ ਹੈਗੀ ਕਿ ਹੁਣ ਇੰਨੀ ਕੋਸ਼ਿਸ਼ ਕਰਕੇ ਕਿ ਜਿਹੜੀਆਂ ਅਵਾਰਾ ਗਊਆਂ ਨੇ ਉਹਨਾਂ ਨੂੰ ਜਿਹੜੀਆਂ ਗਊਸ਼ਾਲਾ ਉੱਥੇ ਜਿਹੜੇ ਬਣੀਆਂ ਹੋਈਆਂ ਜਾਂ ਨਵੀਆਂ ਬਣਾਉਣ ਦੀ ਪੈਣਗੀਆਂ, ਉਹਨਾਂ ਦੇ ਵਿੱਚ ਉੱਥੇ ਡੱਕਿਆ ਜਾਵੇ ਤੇ ਉਹਨਾਂ ਨੂੰ ਉੱਥੇ ਜਿਹੜਾ ਖਾਣਾ ਪੀਣਾ ਮੇਰਾ ਸਵਾਲ ਤਾਂ ਇਹ ਹੈ ਕਿ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਗਊਆਂ ਨੂੰ ਸੰਭਾਲਾਂਗੇ, ਗਊਆਂ ਨੂੰ ਕਰਾਂਗੇ, ਜਿਹੜਾ ਅੰਕੜਾ ਬੜਾ ਗੰਭੀਰ ਹੈ। 1 ਲੱਖ ਗਊ, ਸਮਝੋ ਪਹਿਲਾਂ 1 ਲੱਖ ਗਊ ਜਿਹੜੀ ਆ ਅਵਾਰਾ ਪੰਜਾਬ ਦੇ ਵਿੱਚ ਘੁੰਮ ਰਹੀ ਹੈ। ਇਹ ਤੁਹਾਡੇ ਸਰਕਾਰੀ ਡਿਪਾਰਟਮੈਂਟ ਦਾ ਡੇਟਾ ਹੈਗਾ, ਇਹ ਆਪਣੇ ਵੱਲੋਂ ਇਕੱਠਾ ਕੀਤਾ ਹੋਇਆ ਡੇਟਾ ਨਹੀਂ ਹੈਗਾ। ਕਿ 1 ਲੱਖ ਗਊਆਂ ਨੂੰ ਜਿੰਨੀ ਤੁਸੀਂ ਰਕਮ ਦੱਸ ਰਹੇ ਹੋ ਉਹਦੇ ਨਾਲ ਤੁਸੀਂ ਸੰਭਾਲ ਲਓਗੇ? ਤੁਸੀਂ ਜਾ ਕੇ ਗਊਸ਼ਾਲਾਵਾਂ ਦਾ ਹਾਲ ਦੇਖੋ ਕੀ ਹੈ। ਮੈਂ ਖੁਦ ਜਾ ਕੇ ਆਇਆ, ਉਹ ਕਹਿੰਦੇ ਜੀ ਬਿਜਲੀ ਦਾ ਬਿੱਲ ਭਰਨ ਲਈ ਸਾਡੇ ਕੋਲ ਪੈਸੇ ਨਹੀਂ ਹੈ, ਇਸ ਕਰਕੇ ਕਨੈਕਸ਼ਨ ਕੱਟ ਕੇ ਗਰਮੀ ਨਾਲ ਗਊਆਂ ਮਰ ਗਈਆਂ। ਤੇ ਤੁਸੀਂ ਉਹ ਗਊ ਹੱਤਿਆ ਨਹੀਂ ਮੰਨਦੇ। ਤੁਸੀਂ ਜਦੋਂ ਉਹਨਾਂ ਨੂੰ ਇੰਨੀ ਤਰਸਯੋਗ ਹਾਲਤ ਦੇ ਵਿੱਚ ਛੱਡਦੇ ਹੋ, ਅਵਾਰਾ ਸੜਕਾਂ ਤੇ ਘੁੰਮਦੀਆਂ ਨੇ, ਟਰੱਕਾਂ ਥੱਲੇ ਆਉਂਦੀਆਂ ਨੇ, ਗੱਡੀਆਂ ਥੱਲੇ ਆਉਂਦੀਆਂ ਨੇ, ਉਹ ਆਪ ਵੀ ਮਰਦੀਆਂ ਨੇ, ਦੂਜਿਆਂ ਨੂੰ ਵੀ ਮਾਰਦੀਆਂ ਨੇ, ਉਹ ਗਊ ਹੱਤਿਆ ਨਹੀਂ ਹੈਗੀ। ਬੁੱਚੜਖਾਨੇ 'ਚ ਭੇਜਣ ਨੂੰ ਤੁਸੀਂ ਗਊ ਹੱਤਿਆ ਮੰਨਦੇ ਹੋ? ਨਹੀਂ, ਇਸ ਮਸਲੇ ਦੇਖੋ ਮੇਰਾ ਖੁਦ ਮੰਨਣਾ ਹੈਗਾ ਕਿ ਜਿੰਨਾ ਇਹ ਪੈਸਾ ਹੈ ਇਹ ਘੱਟ ਹੈ ਜੀ। ਸਾਨੂੰ ਹੋਰ ਜ਼ਿਆਦਾ ਪੈਸੇ ਦੀ ਲੋੜ ਹੈਗੀ ਹੈ, ਜਿਹਦੇ ਵਿੱਚ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ, ਗਊ ਰਸ਼ਕ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਤਾਂ ਚੱਲ ਹੀ ਰਹੀਆਂ। 512 ਪ੍ਰਾਈਵੇਟ ਗਊਸ਼ਾਲਾਵਾਂ ਨੇ, ਤੇ ਸਰਕਾਰੀ ਗਊਸ਼ਾਲਾਵਾਂ ਨਾ ਹੋਵੇ ਤਾਂ ਤੁਸੀਂ ਕਦਮ ਨਹੀਂ ਬਾਹਰ ਰੱਖ ਸਕਦੇ। ਜਿਹੜੀਆਂ ਗਊਆਂ ਉਹਨਾਂ ਨੇ ਸਾਂਭੀਆਂ ਹੋਈਆਂ, ਤੁਸੀਂ ਕਦਮ ਨਹੀਂ ਬਾਹਰ ਰੱਖ ਸਕਦੇ। ਸਰਕਾਰ ਆਪਣੇ ਤੌਰ ਤੇ ਇਹਦੀ ਕੋਸ਼ਿਸ਼ ਕਰੇਗੀ ਜੀ, ਤੇ ਨਾਲ ਜਿਹੜੀ ਹੈਗੇ ਪ੍ਰਾਈਵੇਟ ਸੰਸਥਾਵਾਂ ਨੇ ਜੀ, ਉਹਨਾਂ ਨਾਲ ਲੈ ਕੇ ਸਾਰੇ ਜਿਹੜੇ ਗਊ ਸੇਵਕ ਨੇ, ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹ। ਲੇਕਿਨ ਨਾਲ ਇੱਕ ਮੈਂ ਉਸ ਦੂਜੀ ਗੱਲ ਵੀ ਕਹਿਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਜਿਹੜਾ ਚੱਲਿਆ ਸੀ ਗਊ ਦੇ ਨਾਂ ਤੇ ਜਿਹੜਾ ਲਿੰਚਿੰਗ ਦਾ ਮਸਲਾ ਸੀਗਾ ਜੀ, ਉਹ ਵੀ ਬੜਾ ਗੰਭੀਰ ਮਸਲਾ ਹੈਗਾ। ਲੇਕਿਨ ਪੰਜਾਬ ਦੇ ਵਿੱਚ ਅਸੀਂ ਖੁਸ਼ਕਿਸਮਤ ਹਾਂ ਕਿ ਇਦਾਂ ਦੀ ਗੱਲ ਨਹੀਂ ਕੋਈ ਹੈਗੀ ਕਿ ਗਾਵਾਂ ਦੇ ਨਾਂ ਤੇ ਕੋਈ ਲੜਾਈ ਝਗੜਾ ਨਹੀਂ ਹੋਇਆ, ਉਸ ਪੱਖੋਂ ਅਸੀਂ ਖੁਸ਼ਕਿਸਮਤ ਹਾਂ। ਲੇਕਿਨ ਗਊਆਂ ਨੂੰ ਸੰਭਾਲਣਾ ਜਿਹੜੀ ਸਾਡੀ ਜ਼ਿੰਮੇਵਾਰੀ ਵਾਲੀ ਸਰਕਾਰ ਦੀ ਬਣਦੀ ਹੈਗੀ। ਮਿੱਤਲ ਸਾਹਿਬ, ਇਦਾਂ ਦਾ ਮਤਾ ਲੈ ਕੇ ਆਉਣ ਦੀ ਜ਼ਰੂਰਤ ਤੁਹਾਨੂੰ ਕਿਉਂ ਮਹਿਸੂਸ ਹੋਈ ਕਿ ਤੁਸੀਂ ਕਹਿੰਦੇ ਹੋ ਕਿ ਬੁੱਚੜਖਾਨਾ ਦੇ ਵਿੱਚ ਭੇਜ ਦਿੱਤਾ ਜਾਵੇ? ਕੀ ਸੁਝਾਅ ਇਹ ਨਹੀਂ ਹੋਣਾ ਚਾਹੀਦਾ ਸੀਗਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ, ਸਰਕਾਰ ਇਹ ਤੈਅ ਕਰੇ ਕਿ ਜਿਹੜੀਆਂ ਅਵਾਰਾ ਪਸ਼ੂ ਨੇ, ਅਵਾਰਾ ਜਾਨਵਰ ਨੇ, ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਏਗੀ। ਇੱਕ ਵੀ ਅਵਾਰਾ ਪਸ਼ੂ ਜੇ ਸੜਕ ਤੇ ਆਂਦਾ ਤਾਂ ਸੰਬੰਧਿਤ ਮਹਿਕਮੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਜਿਹਾ ਮਤਾ ਲੈ ਕੇ ਆਂਦੇ ਜ਼ਿਆਦਾ ਵਧੀਆ ਨਹੀਂ ਸੀ? ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਜੋ ਰੈਜੂਲੇਸ਼ਨ ਆਇਆ ਵਿਧਾਨ ਸਭਾ ਦੇ ਵਿੱਚ, ਅਗਰ ਤੁਸੀਂ ਉਹਦਾ ਮੇਨ ਜਿਹੜਾ ਕਰਕਸ ਦੇਖੋਗੇ ਤਾਂ ਸਾਡਾ ਜਿਹੜਾ ਆਬਜੈਕਟ ਹੈਗਾ, ਸਾਡਾ ਆਬਜੈਕਟ ਸੇਫ ਟਰੈਵਲਿੰਗ ਦਾ, ਹਿਊਮਨ ਲਾਈਫਸ ਨੂੰ ਕਿਵੇਂ ਸੇਫ ਕੀਤਾ ਜਾ ਸਕਦਾ। ਆਪਾਂ ਰੋਡਸ ਤੇ ਚੱਲਦੇ ਹਾਂ, ਇਹ ਕੱਲੀਆਂ ਇਹ ਜਿਹੜਾ ਜਿਵੇਂ ਇਸ ਇਸ਼ੂ ਨੂੰ ਘੁਮਾਇਆ ਜਾ ਰਿਹਾ, ਇਸ ਇਸ਼ੂ ਨੂੰ ਡਰਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਅਸੈਂਬਲੀ 'ਚ, ਚਾਹੇ ਹਰ ਪਲੇਟਫਾਰਮ ਦੇ ਉੱਪਰ, ਕਿ ਇਹ ਇਸ਼ੂ ਜਿਹੜਾ ਹੈਗਾ ਕੱਲੀਆਂ ਗਊਆਂ ਦੇ ਇਰਦ ਗਿਰਦ ਘੁਮਾ ਦਿੱਤਾ ਗਿਆ। ਇਹ ਕੱਲੀ ਗਊਆਂ ਦੀ ਗੱਲ ਨਹੀਂ ਹੈ, ਅਵਾਰਾ ਪਸ਼ੂਆਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਗਊਆਂ, ਢੱਠੇ, ਝੋਟੇ, ਮੱਝਾਂ, ਕੁੱਤੇ ਸਾਰੇ, ਮਤਲਬ ਕੁੱਤੇ ਕਿੰਨੇ ਅੱਜ ਰੋਡ ਦੇ ਉੱਪਰ ਘੁੰਮ ਰਿਹਾ। ਕੀ ਕੁੱਤਿਆਂ ਬਾਰੇ ਪਾਲਿਸੀ ਹੈ ਸਰਕਾਰ ਦੀ? ਲੋਕਾਂ ਦੇ ਘਰਾਂ 'ਚ, ਮੁਹੱਲਿਆਂ 'ਚ, ਜਿਹੜੀ ਸੋਸਾਇਟੀ 'ਚ ਮੈਂ ਰਹਿਣਾ, ਉੱਥੇ ਸੈਂਕੜੇ ਕੁੱਤੇ ਹਰ ਰੋਜ਼ ਸ਼ਾਮ ਨੂੰ ਦੇਖਣ ਨੂੰ ਮਿਲਦੇ ਆ। ਮਤਲਬ ਛੋਟੇ ਛੋਟੇ ਬੱਚਿਆਂ ਨੂੰ ਵੀ ਉਹ, ਮਤਲਬ ਉਹਨਾਂ ਨੂੰ ਡਰ ਰਹਿੰਦਾ ਕਿ ਕਿਤੇ ਬੱਚੇ ਨੂੰ ਖਾ ਜਾਂਦੇ। ਕਿੰਨੀਆਂ ਆਪਣੇ ਕੋਲ ਨਿਊਜ਼ ਆਉਂਦੀਆਂ ਨੇ ਇਦਾਂ ਦੀਆਂ। ਮਤਲਬ ਕੱਲੀਆਂ ਗਊਆਂ ਦੇ ਇਰਦ ਗਿਰਦ ਘੁਮਾ ਕੇ ਇਹਨੂੰ ਇੱਕ ਜਜ਼ਬਾਤੀ ਤੌਰ ਤੇ, ਇੱਕ ਸੈਂਟੀਮੈਂਟਲ ਕਰਕੇ ਇਸ਼ੂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮਸਲਾ ਇਹ ਨਹੀਂ ਹੈ। ਮਸਲਾ ਜਿੱਦਾਂ ਸਾਰੇ ਡਾਟੇ ਤੁਸੀਂ ਅਵਾਰਾ ਪਸ਼ੂਆਂ ਦੇ ਵਿੱਚ ਫਿਰ ਉਹ ਗਈਆਂ ਵੀ ਤਾਂ ਨਹੀਂ, ਗਈਆਂ ਆਉਣਗੀਆਂ ਨੈਚੁਰਲੀ। ਜਦੋਂ ਗਊਆਂ ਤੁਸੀਂ ਗੱਲ ਕਰ ਰਹੇ ਹੋ, ਅੱਜ ਤੁਸੀਂ ਜਿਹੜੇ ਡਾਟੇ ਤੁਸੀਂ ਪੇਸ਼ ਕੀਤੇ ਆ, ਹੁਣ ਇਹ 9 ਆਈਟਮਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਸਾਡਾ ਸੂਬੇ ਦਾ ਸਿਟੀਜ਼ਨ ਅਸੀਂ ਟੈਕਸ ਦਿੰਦੇ ਹਾਂ, ਗਊ ਸੈਸ ਜਿਹਨੂੰ ਕਹਿੰਦੇ ਆ। ਉਹ ਪੈਸਾ ਅਗਰ ਪਿਆ, ਉਹ ਪੈਸੇ ਦੇ ਨਾਲ ਤੁਸੀਂ ਸੇਫ ਟਰੈਵਲਿੰਗ ਸਾਡੀ ਕਿਵੇਂ ਅਸ਼ੋਰ ਕਰ ਸਕਦੇ ਹੋ? ਚਾਹੇ ਉਹ ਤੁਸੀਂ ਸੜਕਾਂ ਦੇ ਆਲੇ ਦੁਆਲੇ ਫੈਂਸਿੰਗ ਲਾਉਣ ਦੀ ਗੱਲ ਹੋਵੇ। ਅੱਜ 200 ਕਰੋੜ ਦਾ ਇੱਕ ਸਾਲ ਦੇ ਵਿੱਚ ਫਸਲਾਂ ਦਾ ਨੁਕਸਾਨ ਹੋ ਜਾਂਦਾ।
ਅੱਜ ਜਿਹੜਾ ਤੁਸੀਂ ਡਾਟਾ ਪੇਸ਼ ਕੀਤਾ ਕਿ ਤੁਸੀਂ ਇੰਨੀਆਂ ਜਾਨਾਂ ਚਲੀਆਂ ਗਈਆਂ ਇੱਕ ਸਾਲ ਦੇ ਵਿੱਚ 370 ਦੇ ਕਰੀਬ, ਤੇ 370 ਦੇ ਕਰੀਬ ਜਿਹੜੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਨੂੰ ਇਸ ਕਾਉਸਸ ਦੇ ਵਿੱਚੋਂ ਮੁਆਵਜ਼ਾ ਦੇਣ ਦੀ ਕੀ ਪ੍ਰੋਵੀਜ਼ਨ ਹੈ ਸਰਕਾਰ ਦੇ ਕੋਲ? ਉਹ ਕੋਈ ਪ੍ਰੋਵੀਜ਼ਨ ਨਹੀਂ ਹੈ। ਹੁਣ ਵੀ ਤੁਸੀਂ ਅਗਰ ਬਜਟ ਦੇ ਵਿੱਚ 25 ਕਰੋੜ ਰੁਪਇਆ ਰੱਖਿਆ, ਉਹ 25 ਕਰੋੜ ਰੁਪਇਆ ਕਿੱਦਾਂ ਲੱਗੇਗਾ, ਕਿ ਕੀ ਉਹਦੇ ਲਈ ਪ੍ਰਪੋਜ਼ਲ ਆ, ਕੀ ਤੁਹਾਡੇ ਕੋਲ ਰੋਡ ਮੈਪ ਆ, ਕੀ ਤੁਹਾਡੇ ਕੋਲ ਏਜੰਡਾ, ਉਹ ਕੋਈ ਸਰਕਾਰ ਦੇ ਕੋਈ ਕਲੀਅਰ ਨਹੀਂ ਕੀਤਾ। ਸਿਰਫ 25 ਕਰੋੜ ਰੁਪਇਆ ਰੱਖ ਲਿਆ। 25 ਕਰੋੜ ਰੁਪਇਆ ਯੂਜ਼ ਹੁੰਦਾ ਵੀ ਹੈ ਜਾਂ ਨਹੀਂ ਹੁੰਦਾ, ਇਹ ਆਉਣ ਵਾਲੀ ਨਹੀਂ। ਅਗਲੀ ਗੱਲ ਇਸੇ ਕਰਕੇ ਤੁਸੀਂ ਕਿਹਾ ਕਿ ਇਹਨਾਂ ਨੂੰ ਬੁੱਚੜਖਾਨੇ ਭੇਜ ਦਿਓ। ਦੇਖੋ ਬਿਲਕੁਲ ਉਹਨਾਂ ਨੇ ਤੁਸੀਂ ਆਪਣੇ ਤਰਕ ਦੱਸੋ। ਮੈਂ ਉਸੇ ਗੱਲ ਮੈਂ ਤਰਕ ਦੱਸਦਾ। ਪਹਿਲੀ ਗੱਲ ਤਾਂ ਜਿਹੜੀ ਸਵੈਜ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜਾ ਹੈਗਾ ਅਸੀਂ ਬੁੱਚੜਖਾਨੇ ਨਹੀਂ ਭੇਜ ਸਕਦੇ ਜੀ, ਕਾਨੂੰਨ ਬਣਿਆ ਹੋਇਆ। ਮੈਂ ਇਹਨਾਂ ਨੂੰ ਦੱਸ ਦੇਣਾ ਚਾਹਣਾ, ਸਭ ਤੋਂ ਪਹਿਲਾਂ ਜਿਹੜਾ ਬੁੱਚੜਖਾਨਾ ਲੱਗਿਆ ਸੀਗਾ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ, ਕਾਂਗਰਸ ਦੀ ਸਰਕਾਰ ਸੀ, ਡੇਰਾ ਬਸੀ। ਤੁਹਾਨੂੰ ਯਾਦ ਹੋਊਗਾ। ਨਹੀਂ ਨਹੀਂ, ਅਗਲੀ ਗੱਲ ਮੈਂ ਦੱਸ ਦੇਣਾ। ਦੂਜਾ ਜਿਹੜਾ ਬੁੱਚੜਖਾਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਧੂਰੀ ਦੇ ਵਿੱਚ, ਘਨੌਰ ਦੇ ਵਿੱਚ, ਉੱਥੇ ਰੌਲਾ ਪੈ ਗਿਆ। ਚਲੋ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਨੇ ਵੀ ਪ੍ਰੋਟੈਸਟ ਕੀਤਾ, ਉਹ ਗੱਲ ਟਲ ਗਈ। ਅਗਲੀ ਗੱਲ ਨੀਲ ਗਾਏ ਹਿੰਦੂ ਜਥੇਬੰਦੀ ਦੇ ਬੈਠੇ ਆਗੂ, ਇਹਨਾਂ ਨੂੰ ਪਤਾ ਨੀਲ ਗਾਏ ਸਾਡੇ ਧਰਮ ਦੇ ਵਿੱਚ ਕਿੰਨੀ ਇੰਪੋਰਟੈਂਸ ਰੱਖਦੀ ਆ। ਨੀਲ ਗਾਏ ਨੂੰ ਕੱਟਣ ਦੀ ਜਿਹੜਾ ਨੋਟੀਫਿਕੇਸ਼ਨ ਇਹ ਸਰਕਾਰ ਨੇ 2017 ਦੇ ਵਿੱਚ ਕੀਤਾ, ਪੰਜਾਬ ਸਰਕਾਰ ਨੇ, ਕੱਲ ਵਿਧਾਨ ਸਭਾ ਦੇ ਵਿੱਚ ਅਮਨ ਅਰੋੜਾ ਜੀ ਨੇ ਉਹ ਨੋਟੀਫਿਕੇਸ਼ਨ ਵੀ ਦਿਖਾਇਆ ਗਿਆ ਬ੍ਰਹਮ ਮਹਿੰਦਰਾ ਜੀ ਨੂੰ, ਉਹਨਾਂ ਦੇ ਧਿਆਨ ਦੇ ਵਿੱਚ ਨਹੀਂ, ਉਹਨਾਂ ਨੇ ਵੀ ਮੰਨਿਆ ਕਿ ਹਾਂਜੀ ਉਹ ਨੋਟੀਫਿਕੇਸ਼ਨ ਹੈਗਾ। ਜੇ ਪੰਜਾਬ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਜਿਹਦੇ ਵਿੱਚ ਨੀਲ ਗਾਏ ਨੂੰ ਕੱਟਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਹੜੀਆਂ ਸਾਡੀਆਂ ਨਾਰਥ ਈਸਟ ਦੀਆਂ ਸਟੇਟਸ ਨੇ, ਚਾਹੇ ਗੋਆ ਦਾ ਮਾਮਲਾ ਹੋਵੇ ਚਾਹੇ ਕੇਰਲਾ ਦਾ ਮਾਮਲਾ ਹੋਵੇ, ਸਾਰੇ ਕਿਤੇ ਗਊ ਕੱਟਣ ਦੀ, ਉੱਥੇ ਕਿਉਂ ਤੁਸੀਂ ਬੀਫ ਦੀ ਮਤਲਬ ਉੱਥੇ ਪਰਮਿਸ਼ਨ ਦੇ ਰਹੇ ਹੋ? ਕਿਉਂ ਬੀਫ ਨੂੰ ਐਕਸਪੋਰਟ ਕੀਤਾ ਜਾ ਰਿਹਾ? ਕਿਉਂ ਅੱਜ ਯੂਪੀ ਹੋਵੇ ਚਾਹੇ ਕੇਰਲਾ ਹੋਵੇ, ਉੱਥੇ ਜਿੰਨੇ ਪਲਾਂਟ ਜਿਹੜੇ ਬੁੱਚੜਖਾਨੇ ਚੱਲ ਰਹੇ ਆ ਪ੍ਰਾਈਵੇਟ ਤੌਰ ਤੇ, ਕਿੰਨੇ ਹਿੰਦੂ ਲੋਕ ਉਹਦੇ ਚ ਸ਼ਾਮਲ ਨੇ। ਇਸ ਕਰਕੇ ਇਹ ਕੋਈ ਇਹਨੂੰ ਜਜ਼ਬਾਤੀ ਤੌਰ ਤੇ ਬਣਾਉਣ ਦੀ ਲੋੜ ਨਹੀਂ ਹੈ। ਇਹ ਦੇਖਣਾ ਚਾਹੀਦਾ ਕਿ ਸਾਡੀਆਂ ਹਿਊਮਨ ਲਾਈਵਸ ਨੂੰ ਅਸੀਂ ਕਿਵੇਂ ਸੇਵ ਕਰ ਸਕਦੇ ਹਾਂ। ਜਿਹੜੀ ਅਮਨ ਅਰੋੜਾ ਜੀ ਨੇ ਗੱਲ ਕੀਤੀ ਆ, ਅਮਨ ਅਰੋੜਾ ਜੀ ਨੇ ਗੱਲ ਕੀਤੀ ਆ ਅਮਰੀਕਨ ਗਊ ਦੀ, ਉਹਨਾਂ ਨੇ ਵੱਖ-ਵੱਖ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨਾਲ ਵੀ ਗੱਲ ਕੀਤੀ, ਉਹਨਾਂ ਦੀ ਗੱਲ ਨੂੰ ਐਪਰੀਸ਼ੀਏਟ ਕੀਤਾ ਗਿਆ ਕਿ ਜਿਹੜੀ ਅਮਰੀਕਨ ਗਊ ਆ ਚਾਹੇ ਅਮਰੀਕਨ ਟੱਠਾ, ਉਹਦੀ ਸਾਡੇ ਹਿੰਦੂ ਧਰਮ ਦੇ ਵਿੱਚ ਕੋਈ ਵਿਸ਼ੇਸ਼ ਮਹਾਨਤਾ ਨਹੀਂ ਹੈ। ਅਗਰ ਉਹ ਰੋਡ ਦੇ ਉੱਪਰ ਇਦਾਂ ਸਾਡੇ ਦੇਸੀ ਗਊ ਆ ਚਾਹੇ ਨੀਲ ਗਊ ਆ, ਉਹਨੂੰ ਅਸੀਂ ਪੂਜਦੇ ਹਾਂ। ਸਾਡੇ ਲਈ ਗਊ ਮਾਤਾ ਪੂਜਣ ਯੋਗ। ਮੈਂ ਵੀ ਪੁੱਛਦਾ ਇੱਕ ਵਾਰ ਫਟਾਫਟ ਫਿਰ ਨਹੀਂ, ਇੱਕ ਮਿੰਟ ਗੱਲ ਪੂਰੀ ਕਰ ਲਵਾਂ। ਅਸੀਂ ਉਹ ਗੱਲ ਦੀ ਗੱਲ ਕੀਤੀ ਆ, ਪਰ ਉਹ ਅਗਰ ਉਹ ਸੜਕਾਂ ਤੇ ਘੁੰਮ ਰਹੀਆਂ ਨੇ ਗਊਆਂ ਤਾਂ ਉਹਨਾਂ ਨੂੰ ਬੁੱਚੜਖਾਨੇ ਵਿੱਚ ਭੇਜਣ ਦੀ ਕੋਈ ਹਰਜ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ। ਜੇ ਅਵਾਰਾ ਪਸ਼ੂ ਸਾਂਭੇ ਨਹੀਂ ਜਾਂਦੇ, ਇਨਸਾਨੀ ਜਾਨਾਂ ਉਹਨਾਂ ਦੇ ਕਰਕੇ ਜਾ ਰਹੀਆਂ ਨੇ, ਫਿਰ ਉਹਨਾਂ ਨੂੰ ਬੁੱਚੜਖਾਨੇ ਭੇਜਣ ਦੇ ਵਿੱਚ ਇਤਰਾਜ਼ ਕੀ ਹੈ? ਦੇਖੋ ਬੀਜੇਪੀ ਨੇ ਵੀ ਸਖਤ ਇਤਰਾਜ਼ ਜਤਾਇਆ ਕੱਲ ਵਿਧਾਨ ਸਭਾ ਦੇ ਵਿੱਚ। ਅਸੀਂ ਵਿਧਾਨ ਸਭਾ 'ਚ ਨਹੀਂ ਜਤਾਇਆ, ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਨਾਂ ਦੇ ਪੁਤਲੇ ਵੀ ਜਲਾਏ ਆ। ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਗੱਲ ਦਾ ਡੈਮੋਕ੍ਰੈਟਿਕ ਵੇ ਦੇ ਨਾਲ। ਔਰ ਮੈਂ ਇਹਦੇ 'ਚ ਇੱਕੋ ਗੱਲ ਕਹਿਣਾ ਕਿ ਅਸੀਂ ਗਊ ਜਿਹੜਾ ਹੈਗਾ ਨਾ ਉਹਨੂੰ ਜਾਨਵਰ ਨਹੀਂ ਮੰਨਦੇ, ਗਊ ਧਨ ਕਹਿੰਦੇ ਆ, ਔਰ ਜਾਂ ਗਊ ਮਾਤਾ ਕਹਿੰਦੇ ਆ। ਔਰ ਇਹ ਚੀਜ਼ਾਂ ਜਿਹੜੇ ਪਸ਼ੂ ਧਨ ਤੇ ਗਊ ਧਨ ਤੇ ਜਿਹੜੇ ਆ ਜਾਨਵਰ ਜਿੰਨੇ ਵੀ ਹੈ ਜਾਂ ਪੰਛੀ ਵੀ ਹੈ, ਇਹ ਵੀ ਸਾਡੀ ਸੁਸਾਇਟੀ ਦੇ ਅੰਦਰ ਜ਼ਰੂਰੀ ਨੇ, ਜਿਸ ਤਰ੍ਹਾਂ ਇਨਸਾਨ ਜ਼ਰੂਰੀ ਹੈ। ਤੁਸੀਂ ਕੋਰੀਆ ਦੀ ਅਗਰ ਦੇਖਿਆ ਹੋਵੇ, ਉਹਨਾਂ ਨੇ ਰਿਸਰਚ ਕੀਤੀ ਹੈ, ਉੱਥੇ ਲੋਕ ਸੈਡਿਸਟ ਹੋ ਗਏ ਸੀ ਜਾਨਵਰ ਪੰਛੀ ਖਤਮ ਹੋਣ ਦੇ ਨਾਲ, ਉੱਥੇ ਹੋ ਗਏ ਸੀ ਕਿਉਂਕਿ ਪੈਸਟੀਸਾਈਡ ਦਾ ਜ਼ਿਆਦਾ ਪ੍ਰਯੋਗ ਕੀਤਾ। ਤਾਂ ਇਸੇ ਤਰ੍ਹਾਂ ਸਾਡੇ ਵੀ ਇਹ ਅਸਰ ਪੈਂਦਾ ਹੈਗਾ। ਔਰ ਦੂਜੀ ਗੱਲ ਮੈਂ ਇਹ ਕਹਿਣਾ ਕਿ ਜਿਹੜੀ ਪੰਜਾਬ ਸਰਕਾਰ ਹੈ ਇਹਦੇ ਲਈ ਸਿੱਧੀ ਦੋਸ਼ੀ ਹੈ। ਇਹਨਾਂ ਨੇ ਇੰਨਾ ਪੈਸਾ ਗਊ ਜਿਹੜਾ ਸੈਸ ਲਾਇਆ ਸੀ ਉਹ ਬਾਦਲ ਸਾਹਿਬ ਦੀ ਸਰਕਾਰ ਨੇ ਲਾਇਆ ਸੀ, ਅਕਾਲੀ ਭਾਜਪਾ ਨੇ, ਔਰ ਉਹਦੇ ਲਈ ਜਿਹੜਾ ਪੈਸਾ ਇਕੱਠਾ ਹੋਇਆ ਪਿਆ ਉਹਦਾ ਇਸਤੇਮਾਲ ਕਰਨ ਦੀ ਬਜਾਏ ਉੱਥੇ ਗਊਆਂ ਜਿਹੜੀਆਂ ਨੇ ਮਰ ਰਹੀਆਂ ਨੇ ਚਾਰੇ ਤੋਂ ਬਿਨਾਂ, ਜਿਹੜੀਆਂ ਸਰਕਾਰੀ ਗਊਸ਼ਾਲਾ ਬਣਾਈਆਂ ਹੋਈਆਂ ਨੇ ਉਹਨਾਂ ਦੀ ਦੇਖਭਾਲ ਕੋਈ ਨਹੀਂ ਕਰ ਰਿਹਾ। ਇਹਨਾਂ ਨੇ ਜਿਹੜਾ ਗਊ ਕਮਿਸ਼ਨ ਬਣਾਇਆ ਹੋਇਆ ਤੇ ਇਹ ਵੀ ਮੇਰਾ ਖਿਆਲ ਆ ਵੀ ਬਿਲਕੁਲ ਹੀ ਕੋਈ ਕੰਮ ਨਹੀਂ ਕਰਦਾ। ਪਹਿਲਾਂ ਤਾਂ ਪ੍ਰਧਾਨ ਹੀ ਨਹੀਂ ਲੱਗਿਆ ਬੜੇ ਸਾਲ, ਕਮਿਸ਼ਨ ਦਾ 3 ਸਾਲ ਬਾਅਦ ਤਾਂ ਪ੍ਰਧਾਨ ਲੱਗਿਆ। ਹਾਂਜੀ, ਤੇ ਇਹਦੇ ਵਾਸਤੇ ਮੇਰਾ ਇਹ ਕਹਿਣਾ ਕਿ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ। ਔਰ ਦੂਜਾ ਜਿਹੜੇ ਬਾਕੀ ਜਾਨਵਰ ਨੇ, ਜਿਸ ਤਰ੍ਹਾਂ ਕਈ ਜਗ੍ਹਾ ਕੁੱਤਿਆਂ ਨੇ ਅੱਜ ਕੱਲ੍ਹ ਬੰਦੇ ਵੀ ਮਾਰਨੇ ਸ਼ੁਰੂ ਕਰਤੇ, ਨੁਕਸਾਨ ਹੋ ਜਾਂਦਾ, ਕਈ ਵਾਰ ਬੱਚਿਆਂ ਦਾ ਨੁਕਸਾਨ ਹੋ ਜਾਂਦਾ। ਇਹਨਾਂ ਦੀ ਜ਼ਰੂਰ ਇਸ ਤਰ੍ਹਾਂ ਜਾਂ ਤਾਂ ਇਹਨਾਂ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਜਾਂ ਇਹਨਾਂ ਨੂੰ ਰੱਖਿਆ ਜਾਵੇ ਤਾਂ ਕਿਤੇ ਸਾਂਭ ਸੰਭਾਲ ਕਰਕੇ ਰੱਖਿਆ ਜਾਵੇ। ਅਵਾਰਾ ਨਹੀਂ ਹੋਣੇ ਚਾਹੀਦੇ ਬਿਲਕੁਲ ਵੀ। ਇਹ ਜਿਹੜਾ ਤਰਕੇ ਦੇ ਰਹੇ ਨੇ ਮਿੱਤਲ ਸਾਹਿਬ ਕਿ ਕੁਝ ਖਾਸ ਨਸਲ ਦੀ ਜਿਹੜੀ ਗਊ ਹੈਗੀ ਹੈ ਉਹਦਾ ਹੀ ਇੱਕ ਧਰਮ ਨਾਲ ਰਿਸ਼ਤਾ ਜਾਂ ਪੂਜਣਯੋਗ ਹੈਗੀ ਹੈ, ਬਾਕੀ ਨਹੀਂ ਹੈਗੀਆਂ ਨੇ, ਬਾਕੀਆਂ ਨੂੰ ਵੀ ਤੁਸੀਂ ਕਿਉਂ ਇਤਰਾਜ਼ ਹੈ ਤੁਹਾਨੂੰ? ਦੇਖੋ ਗਊ ਦੇ ਮਾਮਲੇ ਹੁਣ ਤੁਸੀਂ ਕਹਿੰਦੇ ਕਿ ਕੁੱਤਿਆਂ ਨੂੰ ਭਾਵੇਂ ਡਿਸਪੋਜ਼ ਆਫ ਕਰ ਦਿਓ, ਜੋ ਮਰਜ਼ੀ ਕਰੋ, ਪਰ ਉਹਨਾਂ ਨੂੰ ਕੁਝ ਨਾ ਕਹੀਏ। ਗਊ ਦੇ ਮਾਮਲੇ 'ਚ ਕੋਈ ਡਿਸਟਿੰਕਸ਼ਨ ਨਹੀਂ ਕਰਨੀ ਚਾਹੀਦੀ। ਸਾਨੂੰ ਉਹ ਗਾਈਆਂ ਅਸਲ 'ਚ ਇੱਥੇ ਚਾਹੀਦੀਆਂ ਨਹੀਂ ਸੀ, ਉਹ ਨਸਲ ਦੀਆਂ, ਉਹ ਤਾਂ ਲਿਆਂਦੀਆਂ ਗਈਆਂ ਨੇ। ਸਾਡੀ ਆਪਣੀ ਨਸਲ, ਆਪਣਾ ਬੀਜ ਅਸੀਂ ਖਤਮ ਕਰ ਲਿਆ, ਆਪਣਾ ਗਊ ਧਨ ਆਪਾਂ ਖਤਮ ਕਰਦੇ ਜਾ ਰਹੇ ਹਾਂ, ਆਪਣੀ ਹਰ ਚੀਜ਼ ਖਤਮ ਕਰਦੇ ਜਾ ਰਹੇ ਹਾਂ। ਇਹਨਾਂ ਵਿਦੇਸ਼ਾਂ ਦੇ ਚੱਕਰ 'ਚ ਪੈ ਕੇ ਸਾਨੂੰ ਇਹ ਸਾਡੇ ਲਈ ਇੱਥੋਂ ਲਈ ਉਹੀ ਗਊਆਂ ਠੀਕ ਨੇ, ਉਹ ਸਾਨੂੰ ਇਹਨਾਂ ਨੂੰ ਬੜਾਵਾ ਹੀ ਨਹੀਂ ਦੇਣਾ ਚਾਹੀਦਾ। ਇਹਨਾਂ ਨੂੰ ਹੌਲੀ ਹੌਲੀ ਇੱਥੋਂ ਰਵਾਨਾ ਕਰ ਦੇਣਾ ਚਾਹੀਦਾ ਜਿੱਥੋਂ ਆਈਆਂ ਨੇ। ਠੀਕ ਹੈ। ਬਾਲੀ ਸਾਹਿਬ, ਅਕਾਲੀ ਦਲ ਨੇ ਵੀ ਇਹਦਾ ਵਿਰੋਧ ਪ੍ਰਗਟਾਇਆ। ਤੁਹਾਡੇ ਵਿਧਾਇਕ ਐਨ.ਕੇ. ਸ਼ਰਮਾ ਨੇ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਇਹ ਸਿੱਧਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਸਲਾ ਹੈਗਾ, ਇਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ। ਬਿਲਕੁਲ ਠੀਕ ਹੈ, ਉਹਨਾਂ ਨੇ ਜੋ ਐਮਐਲਏ ਸਾਹਿਬਾਨ ਨੇ ਕਿਹਾ ਹੈਗਾ ਉਹ ਗੱਲ ਬਿਲਕੁਲ ਸਹੀ ਹੈ। ਮੈਂ ਸਰਕਾਰ ਦੀ ਗੱਲ ਦੇ ਉੱਤੇ ਆਨਾ, ਜਿਹੜੀ ਕਾਂਗਰਸ ਨੇ ਗੱਲ ਕੀਤੀ, ਇਹਨਾਂ ਦੇ ਪ੍ਰਵਕਤਾ ਬੈਠੇ ਨੇ। ਦੇਖੋ ਜੀ, ਤੁਸੀਂ ਬੜੀ ਵਧੀਆ ਗੱਲ ਇਹ ਪੁੱਛੀ ਹੈ ਕਿ ਜਿਹੜਾ ਇਨਸਾਨੀ ਜਿਹੜਾ ਹੈਗਾ ਅਗਰ ਉਹਦੀ ਮੌਤ ਹੋ ਜਾਂਦੀ ਹੈ
ਤੇ ਅਗਰ ਤੁਸੀਂ ਕਹਿੰਦੇ ਕੋਈ ਬੂਚੜਖਾਨੇ 'ਚ ਭੇਜੀ ਜਾਂਦੀ, ਉਹਨਾਂ ਨੇ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਦਾ, ਨਾ ਉਹਦਾ ਜਵਾਬ ਕੋਈ ਸੈਟੀਸਫਾਈ ਇਹਨਾਂ ਦਾ ਸੀ ਵੀ ਕੀ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ ਹੁੰਦੀ ਕਿ ਸੰਭਾਲ, ਸਾਡੀ ਮਾਨਤਾ ਹੈ, ਸਾਡੇ ਹਿੰਦੁਸਤਾਨ ਦੀ ਮਾਨਤਾ, ਸਾਡੇ ਧਰਮਾਂ ਦੀ ਮਾਨਤਾ, ਅਸੀਂ ਉਹਨੂੰ ਮੰਨਦੇ ਹਾਂ, ਉਹਨੂੰ ਮੰਨਦੇ ਆ। ਤੇ ਸਰਕਾਰ ਦਾ ਬਹੁਤ ਵੱਡਾ ਰੋਲ ਹੋਣਾ ਚਾਹੀਦਾ ਇਹਦੇ ਵਿੱਚ। ਜਦ ਤੁਹਾਡੇ ਕੋਲ ਇੰਨਾ ਪੈਸਾ ਪਿਆ ਹੈਗਾ, ਜਦ ਤੁਹਾਡੇ ਕੋਲ ਇੰਨਾ ਸਿਸਟਮ ਹੈਗਾ ਉਹਨਾਂ ਦਾ, ਤਾਂ ਉਹਦਾ ਅੱਜ ਵੀ ਤੁਸੀਂ ਇਹ ਗੱਲ ਕੀ, ਮੇਰੇ ਆਪਣੇ ਨਾਲ ਇਹ ਇਨਸੀਡੈਂਟ ਹੋਇਆ, ਮੈਂ ਤੇ ਮੇਰੇ ਵਾਈਫ ਜਾ ਰਹੇ ਸੀ, ਸੜਕ ਦੇ ਉੱਤੇ ਇੱਕ ਨੌਜਵਾਨ ਬੱਚਾ ਡਿੱਗਾ ਸੀ, ਉਹਨੂੰ ਲੈ ਕੇ 32 ਸੈਕਟਰ ਹਸਪੀਟਲ ਦਾਖਲ ਕਰਾਇਆ। ਤੇ ਇਹ ਗਊਆਂ ਦਾ ਹਾਲ ਹੈ, ਇਹ ਸਰਕਾਰ ਦਾ ਹਾਲ ਹੈ। ਇਹ ਸਰਕਾਰ ਕੋਲ ਪੈਸੇ ਨੇ, ਇੱਕ ਗਊਆਂ ਔਰ ਪਸ਼ੂ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਸਾਡੇ ਕੋਲ 1 ਲੱਖ ਸਰਪਲਸ ਸੜਕਾਂ ਤੇ ਘੁੰਮ ਰਹੀ ਹੈ, ਇਹ ਉਸ ਵੇਲੇ ਲੋਕਾਂ ਨੂੰ ਕੀ ਸੰਭਾਲਣਗੇ ਤੇ ਬਜਟ ਕੀ ਲਿਆਉਣਗੇ ਜੋ ਇਹ ਲੈ ਕੇ ਆਏ ਨੇ। ਇਸ ਕਰਕੇ ਬਹੁਤ ਹੀ ਸ਼ਰਮਿੰਦਗੀਯੋਗ ਔਰ ਬਹੁਤ ਹੀ ਮੰਦਭਾਗੀ ਗੱਲ ਹੈ ਗਵਰਨਮੈਂਟ ਦੀ, ਜੋ ਕਿ ਇਹਨਾਂ ਚੀਜ਼ਾਂ ਨੂੰ, ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਔਰ ਇਹਨਾਂ ਕੋਲ ਕੋਈ ਸੰਭਾਲ ਨਹੀਂ ਹੈਗੀ। ਔਰ ਤੁਸੀਂ ਜਾ ਕੇ ਅਗਰ ਉੱਥੇ ਦੇਖੋ, ਮੈਂ ਤਾਂ ਪਰਸਨਲੀ ਦੇਖ ਕੇ ਆਣਾ ਔਰ ਮੈਂ ਦੇਖਿਆ ਵੀ ਹੈਗਾ ਕਿੱਦਾਂ ਬਿਮਾਰੀ ਨਾਲ ਗਊਆਂ ਮਰ ਰਹੀਆਂ ਨੇ, ਕਿੱਦਾਂ ਉਹ ਹਾਲਤ ਹੈ ਉੱਥੇ ਉਹਨਾਂ ਦੀ, ਕਿੰਨੀ ਗੰਦਗੀ ਹੈ ਉੱਥੇ। ਮੈਂ ਕਹਿੰਦਾ ਅਗਰ ਧਰਮ ਅਗਰ ਇਹਨਾਂ ਨੂੰ ਸਮਝ ਆਉਂਦਾ ਹੋਵੇ ਤੇ ਆਪ ਜਾ ਕੇ ਮਿਨਿਸਟਰ ਸਾਹਿਬਾਨ ਉੱਥੇ ਦੇਖਣ। ਅੱਜ ਚੇਅਰਮੈਨ ਲਾਤੇ ਤੇ ਹੋਰ ਕੋਈ ਲਾਤਾ ਸਿਰਫ ਗੱਡੀਆਂ 'ਚ ਭੱਜਣ ਵਾਸਤੇ, ਸਿਰਫ ਪੈਸਾ ਇਕੱਠਾ ਕਰਨ ਵਾਸਤੇ, ਔਰ ਗਊਆਂ ਦੇ ਨਾਂ ਦੇ ਉੱਤੇ ਇਹ ਪੈਸਾ ਕਮਾ ਰਹੇ ਨੇ। ਇੰਨਾ ਪੈਸਾ ਤਾਂ ਤੁਸੀਂ ਸਰਪਲਸ ਦੱਸਦਾ ਹਰਪ੍ਰੀਤ ਜੀ, ਉਹ ਪੈਸਾ ਕਿੱਥੇ ਲੱਗਦਾ ਹੈ ਦੱਸੋ? ਤੁਸੀਂ ਜਗ੍ਹਾ ਜਾ ਕੇ ਗਊਸ਼ਾਲਾ ਦਾ ਹਾਲ ਦੇਖੋ ਕੀ ਹੈ। ਮੈਂ ਫਿਰ ਵੀ ਲੋਕਾਂ ਦਾ ਧੰਨਵਾਦੀ ਹਾਂ ਕਿ ਲੋਕ ਜਾਂਦੇ ਨੇ ਉੱਥੇ, ਸੇਵਾ ਕਰਦੇ ਨੇ, ਜਾ ਕੇ ਕਰਦੇ ਨੇ, ਮਗਰ ਗਊਆਂ ਦੀ ਕੋਈ ਸੰਭਾਲ ਨਹੀਂ। ਇਹਦੇ 'ਚ ਬਿਲਕੁਲ ਜਿਹੜੀ ਹੈਗੀ ਗੌਰਮੈਂਟ ਜਿਹੜੀ ਉਹ ਫੇਲ ਰਹੀ ਹੈ, ਔਰ ਆਉਣ ਵਾਲੇ ਸਮੇਂ 'ਚ ਵੀ ਆਪਾਂ ਕੋਈ ਉਮੀਦ ਨਾ ਕਰੀਏ ਕਿ ਗੌਰਮੈਂਟ ਇਹ ਵਜ੍ਹਾ ਕੋਈ ਚੰਗਾ ਕੰਮ ਕਰੇ। ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਗਊਸੈਸ ਜਿਹੜਾ ਲਗਾਇਆ ਗਿਆ, ਇਹ ਗਊਸੈਸ ਜੇ ਇੱਕ ਧਰਮ ਦੇ ਨਾਲ ਸੰਬੰਧਿਤ ਕੋਈ ਜਾਨਵਰ ਹੈਗਾ ਜਿਹਦੀ ਮਾਨਤਾ ਹੈਗੀ ਹੈ ਉਸ ਨੂੰ ਲੈ ਕੇ, ਉਹ ਉਸੇ ਧਰਮ ਦੇ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ। ਬੜੇ ਸਾਰੇ ਸਵਾਲ ਇਹ ਖੜੇ ਹੁੰਦੇ ਨੇ, ਕੋਈ ਮੁਸਲਿਮ ਭਾਈਚਾਰੇ ਦਾ ਜਾਂ ਦੂਜਾ ਭਾਈਚਾਰੇ ਦਾ, ਉਹ ਕਹਿੰਦਾ ਕਿ ਮੇਰੀ ਮਾਨਤਾ ਇਸ ਪ੍ਰਤੀ ਨਹੀਂ ਹੈ, ਉਸ ਦੇ ਬਾਵਜੂਦ ਵੀ ਮੇਰੇ ਤੋਂ ਟੈਕਸ ਲਿਆ ਜਾ ਰਿਹਾ, ਉਸ ਦੇ ਬਾਵਜੂਦ ਵੀ ਮੇਰੇ ਤੋਂ ਗਊਸੈਸ ਲਿਆ ਜਾ ਰਿਹਾ, ਔਰ ਪੈਸੇ ਲੈਣ ਦੇ ਬਾਵਜੂਦ ਵੀ ਉਹਨਾਂ ਜਾਨਵਰ ਦੀ ਸੰਭਾਲ ਨਹੀਂ ਕੀਤੀ ਜਾ ਰਹੀ। ਇਹ ਇੱਕ ਵੱਡਾ ਮਸਲਾ ਜ਼ਰੂਰ ਹੈਗਾ। ਮੈਂ ਤੁਹਾਡੇ ਕੋਲ ਭਾਰਦਵਾਜ ਸਾਹਿਬ ਪੁੱਛਣਾ ਚਾਹੁੰਦਾ, ਜਿਹੜੀ ਇਹ ਗੱਲ ਪਹਿਲਾਂ ਵੀ ਚਰਚਾ ਛਿੜੀ ਸੀਗੀ ਕਿ ਇਹਨਾਂ ਨੂੰ ਬੁੱਚੜਖਾਨੇ ਭੇਜਿਆ ਜਾਣਾ ਚਾਹੀਦਾ, ਵਿਧਾਨ ਸਭਾ ਦੇ ਵਿੱਚ ਵੀ ਮਸਲਾ ਗੂੰਜਾ, ਆਮ ਆਦਮੀ ਪਾਰਟੀ ਮਤਾ ਵੀ ਲੈ ਕੇ ਆਈ, ਖੈਰ ਮਤਾ ਪਾਸ ਨਹੀਂ ਹੋ ਪਾਇਆ। ਤੁਸੀਂ ਇਸ ਦੇ ਹੱਕ ਦੇ ਵਿੱਚੋਂ ਵਿਰੋਧ ਚੋ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕਰਦੇ ਪਏ ਹੋ ਵੀ ਅਵਾਰਾ ਗਾਵਾਂ, ਮੈਂ ਸਭ ਤੋਂ ਪਹਿਲਾਂ ਉਹਦੀ ਮੈਂ ਨਿੰਦਾ ਕਰਦਾ ਵੀ ਅਵਾਰਾ ਨਹੀਂ ਹੈ, ਬੇਸਹਾਰਾ ਹੈ, ਅਵਾਰਾ ਨਹੀਂ ਹੈ। ਜੇ ਕੋਈ ਆਪਣੇ ਮਾਂ-ਬਾਪ ਤੋਂ ਸਾਰੀ ਜਾਇਦਾਦ ਲੈ ਕੇ, ਮਾਂ ਦਾ ਦੁੱਧ ਪੀ ਕੇ ਅਗਰ ਉਹਨੂੰ ਸੜਕਾਂ ਤੇ ਛੱਡ ਦੇਵੇ, ਤੇ ਮੇਰੇ ਖਿਆਲ ਉਹ ਜਿਹੜੀ ਮਾਂ ਹੋਏਗੀ, ਕਿਸੇ ਦੀ ਵੀ ਇਨਸਾਨ ਦੀ ਜਿਹੜੀ ਮਾਂ ਹੋਏਗੀ, ਉਹ ਅਵਾਰਾ ਨਹੀਂ ਹੋਏਗੀ, ਉਹ ਬੇਸਹਾਰਾ ਹੋਏਗੀ ਵੀ ਜਿਹਨੂੰ ਤੁਸੀਂ ਦੁਤਕਾਰਤਾ। ਸਭ ਤੋਂ ਪਹਿਲਾਂ ਮੇਰੀ ਤਾਂ ਇਹ ਆਬਜੈਕਸ਼ਨ ਹੈ। ਨੰਬਰ 2, ਜਿਹੜੀ ਆਪਾਂ ਇਹ ਗੱਲ ਕਰਦੇ ਪਏ ਹਾਂ, ਆਪਾਂ ਇਸ ਵੇਲੇ ਗੰਭੀਰ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈ ਵੀ ਇਹ ਕਾਰਨ ਕੀ ਹੈ ਇਹਦਾ ਤੇ ਇਹਦਾ ਹੱਲ ਕੀ ਹੈ। ਕਾਰਨ ਇਹਦਾ ਇਹ ਹੈ ਕਿ ਜਿੱਦਾਂ ਗੱਲ ਕੀਤੀ ਹੈ ਵੀ ਜਿਹੜੀ ਗਊ ਮਾਤਾ ਜਿਹਨੂੰ ਅਸੀਂ ਸਦੀਆਂ ਤੋਂ ਪੂਜਦੇ ਆ ਰਹੇ ਹਾਂ, ਉਹ ਜਿਹੜੀ ਗਊ ਹੈ ਉਹ ਆਪਣੀ ਦੇਸੀ ਗਾਂ ਹੈ, ਉਹਦੀਆਂ ਜਿਹੜੀ ਦੇਸੀ ਗਾਂ ਦੀਆਂ ਨਸਲਾਂ ਉਹ ਸਾਡੇ ਵਾਸਤੇ ਪੂਜਨੀਆਂ ਹੈ। ਜਿਹੜੀ ਗੱਲ ਇਹਨਾਂ ਨੇ ਮਿੱਤਲ ਜੀ ਨੇ ਗੱਲ ਕੀ ਹੈ ਵੀ ਇਹਨਾਂ ਨੇ ਵਿਦੇਸ਼ੀ ਅਮਰੀਕਨ ਗਾਂ ਦੀ ਗੱਲ ਕੀਤੀ ਹੈ, ਉਹ ਸੱਚਾਈ ਹੈ ਕਿ ਜਿਹੜੀ ਅਮਰੀਕਨ ਗਾਂ ਹੈ, ਗਾਂ ਨਹੀਂ ਕਹੀ ਜਾਏਗੀ, ਉਹ ਅਮਰੀਕਨ ਪਸ਼ੂ ਹੈ। ਜਿਹੜੀ ਜਰਸੀ ਜਿਹੜੀ ਇੱਕ ਨਸਲ ਹੈ, ਇਹ ਗਾਂ ਦੀ ਨਸਲ ਨਹੀਂ ਹੈ। ਇਹ ਸਿਰਫ 1970 ਦੇ ਸਮੇਂ ਦੇ ਵਿੱਚ ਆਸੇ-ਪਾਸੇ ਇੱਕ ਛੜਯੰਤਰ ਦੇ ਰੂਪ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਜਿਵੇਂ ਹਿੰਦੂ ਸੰਸਕ੍ਰਿਤੀ ਨੂੰ ਕਿੱਦਾਂ ਖਤਮ ਕਰਨਾ ਹੈ, ਹਿੰਦੂਆਂ ਇੱਥੇ ਮਤਲਬ ਕਿ ਆਪਣੀ ਜਿਹੜੀ ਭਾਰਤ ਦੀ ਜਿਹੜੀ ਆਸਥਾ ਉਹਨੂੰ ਕਿੱਦਾਂ ਡਾਵਾਡੋਲ ਕਰਨਾ ਹੈ, ਇੱਕ ਛੜਯੰਤਰ ਕੀਤਾ ਗਿਆ ਜਿਸ ਦੇ ਤਹਿਤ ਇੱਥੇ ਵਿਦੇਸ਼ੀ ਗਾਂ ਜਿਹੜੀ ਸੀਗੀ, ਗਾਂ ਨਹੀਂ ਕਹੀ ਜਾਏਗੀ, ਜਾਨਵਰ ਜਿਹੜਾ ਜਰਸੀ ਹੈ, ਇਹ ਲਿਆਂਦਾ ਗਿਆ। ਇਹਦਾ ਸਿਰਫ ਕਾਰਨ ਕੀ ਸੀਗਾ? ਇਹ ਦੁੱਧ ਜ਼ਿਆਦਾ ਦਿੰਦੀ ਸੀਗੀ, ਦੁੱਧ ਜ਼ਿਆਦਾ ਦਿੰਦੀ ਸੀ। ਸਾਡੀ ਜਿਹੜੀ ਦੇਸੀ ਗਾਂ ਆ, ਉਹਦਾ ਗਾਏ ਦਾ ਗੋਬਰ, ਮੂਤਰ, ਹਰ ਚੀਜ਼ ਅੰਮ੍ਰਿਤ, ਦੁੱਧ ਉਹਦਾ ਅੰਮ੍ਰਿਤ ਦੇ ਸਮਾਨ ਹੈ। ਉਹ ਜਿਹੜੀ ਇਹ ਵਾਲੀ ਹੁਣ ਜਿਹੜੀ ਰਿਸਰਚ ਹੋਈ ਹੈ, ਤਾਜ਼ੀ ਰਿਸਰਚ ਹੋਈ ਹੈ, ਉਹਦੇ ਵਿੱਚ ਜਿਹੜੀ ਜਰਸੀ ਜਾਨਵਰ ਹੈ, ਇਹਦਾ ਜਿਹੜਾ ਦੁੱਧ ਪੀ ਕੇ ਲੋਕਾਂ ਨੂੰ ਕੈਂਸਰ ਹੋ ਰਿਹਾ, ਬਿਮਾਰੀਆਂ ਲੱਗਦੀਆਂ ਪਈਆਂ, ਆਉਣ ਵਾਲੀ ਬੰਦਿਆਂ ਦੀ ਨਸਲ ਜਿਹੜੀ ਉਹ ਅੱਗੇ ਵਧਣ ਦਾ ਰੋਕ ਲੱਗਦੀ ਪਈ ਹੈ। ਤੇ ਭਾਰਦਵਾਜ ਸਾਹਿਬ, ਇਹ ਤਾਂ ਹੈ ਨਹੀਂ ਹੈ ਕਿ ਸਿਰਫ ਅਮਰੀਕਨ ਗਾਵਾਂ ਹੀ ਸੜਕਾਂ ਤੇ ਘੁੰਮਦੀਆਂ ਪਈਆਂ, ਦੇਸੀ ਗਾਵਾਂ ਵੀ ਘੁੰਮਦੀਆਂ। ਤੁਸੀਂ ਕਹਿੰਦੇ ਹੋ ਕਿ ਉਹਨਾਂ ਦਾ ਅੰਮ੍ਰਿਤ ਹੈ, ਦੁੱਧ ਹੈ, ਇਹ ਉਹ ਹੈ, ਤੇ ਜਿਨ੍ਹਾਂ ਨੂੰ ਇਹ ਸਭ ਕੁਝ ਲੱਗਦਾ ਹੈ ਤਾਂ ਉਹ ਉਹਨਾਂ ਦੀ ਸੰਭਾਲ ਕਿਉਂ ਨਹੀਂ ਕਰਦੇ? ਨਹੀਂ, ਬਿਲਕੁਲ ਕਰਦੇ ਆ। ਜਿਹੜੇ ਸਮਝਦੇ ਨੇ ਕਿ ਉਹ ਸਾਡੀ ਮਾਤਾ ਹੈ ਤੇ ਉਹ ਕਿਉਂ ਨਹੀਂ ਸੰਭਾਲ ਲੈਂਦੇ? ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਉਹਨਾਂ ਦੇ ਕਰਕੇ। ਮਾਤਾ ਤਾਂ ਸਾਰਿਆਂ ਦੀ ਹੈ, ਤੁਹਾਡੀ ਵੀ ਮਾਤਾ ਹੈ, ਇਹ ਨਹੀਂ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਦੂਜੀ ਗੱਲ ਹੈ, ਗਊਸੈਸ ਤੁਸੀਂ ਲੈਂਦੇ ਹੋ, ਉਹਦੇ ਬਾਵਜੂਦ ਵੀ ਤੁਸੀਂ ਸੰਭਾਲ ਨਹੀਂ ਕਰਦੇ। ਮੈਂ ਨਹੀਂ ਮੰਨਦਾ, ਮੇਰੇ ਲਈ ਉਹ ਨਹੀਂ ਹੈਗੀ ਹੈ, ਪਰ ਜੇ ਤੁਹਾਡੇ ਲਈ ਹੈਗੀ ਹੈ ਤਾਂ ਤੁਸੀਂ ਸਾਂਭੋ ਉਹਨੂੰ। ਫਿਰ ਤੁਸੀਂ ਕਿਉਂ ਨਹੀਂ
ਸਾਂਭਦੇ ਮੁਸਲਮਾਨ ਵਾਲੀ ਹੈ ਨਾ, ਤੇ ਮੈਂ ਉੱਥੇ ਮੈਂ ਕੁਝ ਕਹਿ ਨਹੀਂ ਭਾਰਦਵਾਜ ਸਾਹਿਬ ਸਕਦਾ। ਜੇ ਤੁਹਾਡੀ ਮਾਤਾ ਹੈ, ਭਾਰਦਵਾਜ ਸਾਹਿਬ ਮੇਰੀ ਗੱਲ ਸੁਣੋ, ਗੋਬਿੰਦ ਸਿੰਘ ਜੀ ਤੁਹਾਡੀ ਮਾਤਾ ਹੈ, ਗੋਬਿੰਦ ਸਿੰਘ ਜੀ ਨੇ ਇਹਦੇ ਉੱਤੇ ਤੁਸੀਂ ਮਾਤਾ ਨੂੰ ਸੜਕਾਂ ਤੇ ਕਿਉਂ ਰੋਕ ਰਹੇ ਹੋ? ਜ਼ਬਰਦਸਤ ਤੁਸੀਂ ਮਾਤਾ ਨੂੰ ਕਿਉਂ ਕੀਤਾ ਨਹੀਂ ਉਹਨਾਂ ਨੇ, ਸਾਂਭਦੇ? ਇੰਨੀ ਰੱਖਿਆ ਕੀਤੀ ਭਾਰਦਵਾਜ ਗੋਬਿੰਦ ਸਿੰਘ ਜੀ ਨੇ। ਸਾਹਿਬ ਤੁਸੀਂ ਆਪਣੀ ਮਾਤਾ ਨੂੰ ਕਿਉਂ ਨਹੀਂ ਸਾਂਭਦੇ? ਸਾਡੇ ਅਸੀਂ ਸਾਂਭਦੇ ਪਏ ਆ। ਮਾਤਾ ਸੜਕਾਂ ਤੇ ਕਿਉਂ ਰੋਕ ਰਹੀ ਸਾਡੇ ਹੈ? ਤੋਂ ਆਪਾਂ ਇਹਨੂੰ ਬਹਿਸ ਨਾ ਬਣਾਈਏ, ਮੈਂ ਤੁਹਾਨੂੰ ਕਿਹਾ ਆਪਾਂ ਹੱਲ ਕੱਢਣ ਦੀ ਕੋਸ਼ਿਸ਼ ਕਰੀਏ, ਜਾਣਬੁੱਝ ਕੇ ਇਹਨੂੰ ਕੰਟਰੋਵਰਸੀ ਨਾ ਬਣਾਈਏ। ਕਿਸੇ ਤੇ ਥੋਪੋ ਨਾ, ਨਹੀਂ ਥੋਪਣ ਦੀ ਗੱਲ ਨਹੀਂ ਹੈ। ਥੋਪੋ ਨਾ ਕਿਸੇ ਤੇ, ਜੇ ਤੁਸੀਂ ਮੁਸਲਮਾਨਾਂ ਦੀ ਗੱਲ ਤੇ ਕਹਿੰਦੇ ਹੋ, ਮੁਸਲਮਾਨ ਸਾਡੇ ਪੈਸਿਆਂ ਦੇ ਉੱਤੇ ਹੱਜ ਕਰਦੇ ਆ, ਉਹਨਾਂ ਨੂੰ ਕੀ ਸ਼ਰਮ ਆਉਂਦੀ ਹੈ ਗਊ ਸੈਸ ਦੇਣ ਦੇ ਉੱਤੇ? ਸਰਕਾਰ ਨੂੰ ਸਾਹਮਣਾ ਚਾਹੀਦਾ, ਸਾਂਭਣਾ ਚਾਹੀਦਾ, ਸਰਕਾਰ ਨੂੰ ਸਾਹਮਣਾ ਚਾਹੀਦਾ। ਜੇ ਤੁਸੀਂ ਆਪਣੀ ਮਾਤਾ ਮੰਨਦੇ ਹੋ ਉਹਨਾਂ ਨੂੰ, ਜੇ ਸਰਕਾਰ ਫੇਲ ਹੈ ਤਾਂ ਤੁਸੀਂ ਕਿਉਂ ਨਹੀਂ ਸਾਂਭਦੇ ਫਿਰ? ਨਹੀਂ ਅਸੀਂ ਸਾਂਭਦੇ ਪਏ। ਤੁਸੀਂ ਹੁਣੀ ਆਪ ਦੱਸ ਕੇ ਹਟਿਓ 540 ਗਊਸ਼ਾਲਾ ਪ੍ਰਾਈਵੇਟ ਬੰਦੇ ਅਸੀਂ ਕਰਦੇ ਕਹਿ ਰਿਹਾ ਭਾਰਦਵਾਜ ਸਾਹਿਬ 1 ਲੱਖ ਗਈਆਂ ਫਿਰ ਰਹੀਆਂ ਪੰਜਾਬ ਦੇ ਵਿੱਚ ਆਵਾਰਾ। 1 ਲੱਖ ਗੱਲ ਹੈ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਾਂ ਸੋਲੂਸ਼ਨ ਵਾਲੇ ਪਾਸੇ ਚੱਲੀਏ, ਇਹਦਾ ਕਾਰਨ ਲੱਭੀਏ। ਇਹ ਜਿਹੜੀਆਂ ਗਾਵਾਂ ਇੱਥੇ ਹਿੰਦੂ ਆਪਣੇ ਪੰਜਾਬ ਦੇ ਵਿੱਚ ਇੱਥੇ ਘੱਟ ਤੋਂ ਘੱਟ 1000 ਤੋਂ ਉੱਪਰ ਜਿਆਦੀਆਂ ਜਿਹੜੀਆਂ ਗਊਸ਼ਾਲਾ ਜਿਹਨੂੰ ਆਪਣੇ ਕਹਿੰਦੇ ਡੈਰੀ ਫਾਰਮ ਕਹਿੰਦੇ ਪਏ ਆ, ਵਿਦੇਸ਼ੀ ਗਾਵਾਂ ਦੇ ਡੈਰੀ ਫਾਰਮ ਖੋਲੇ ਹੋਏ ਆ। ਇਹ ਲੋਕ ਕਰਦੇ ਕੀ ਹੈ? ਜਿਹੜੀਆਂ ਰਜਿਸਟਰਡ ਹੈ, ਬਹੁਤ ਘੱਟ ਰਜਿਸਟਰਡ ਗਊਸ਼ਾਲਾ ਬਣਾਏ ਡੈਰੀ ਫਾਰਮ ਬਣਾਏ ਆ। ਇਹ ਲੋਕ ਕਰਦੇ ਕੀ ਹੈ? ਡੈਰੀ ਫਾਰਮ ਵਾਲੇ ਕਰਦੇ ਕੀ ਹੈ? ਹਜ਼ਾਰਾਂ ਗਾਵਾਂ ਲੈ ਕੇ 500 1000 ਲੈ ਕੇ ਜਰਸੀ ਗਾਂ ਦਾ ਦੁੱਧ ਕੱਢ ਕੇ ਫਿਰ ਇਹਨੂੰ ਸੜਕਾਂ ਛੱਡ ਦਿੰਦੇ ਆ। ਇਹ ਸਰਕਾਰ ਨੂੰ ਆਪਾਂ ਸੋਲੂਸ਼ਨ ਉਸੇ ਪਾਸੇ ਚੱਲੀਏ। ਸਰਕਾਰ ਨੂੰ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਜੇਕਰ ਉਹਨਾਂ ਨਸਲਾਂ ਨੂੰ ਬੁੱਚੜਖਾਨੇ ਸੁੱਟਦੀ ਹੈ? ਬਿਲਕੁਲ ਸਾਨੂੰ ਆਬਜੈਕਸ਼ਨ ਆ। ਉਹਦਾ ਕਾਰਨ ਤੁਹਾਨੂੰ ਦੱਸਦਾ ਆਬਜੈਕਸ਼ਨ ਕੀ ਹੈ। ਅਸੀਂ ਜੀਵ ਹੱਤਿਆ ਦੇ ਖਿਲਾਫ ਹੈ, ਬਿਲਕੁਲ। ਅਸੀਂ ਜੀਵ ਹੱਤਿਆ ਨਹੀਂ ਚਾਹੁੰਦੇ। ਇਹਨਾਂ ਦੀ ਵੱਧ ਤੋਂ ਵੱਧ ਇਹਦੀ ਨਸਬੰਦੀ ਕਰਨੀ ਚਾਹੀਦੀ ਹੈ। ਸੰਭਾਲੋ, ਜੇ ਨਹੀਂ ਸੰਭਾਲ ਸਕਦੇ ਉਹਨਾਂ ਨੂੰ ਬੁੱਚੜਖਾਨੇ ਵੀ ਨਹੀਂ ਜਾਣ ਦੇਣਾ ਤੁਸੀਂ। ਬੁੱਚੜਖਾਨੇ ਵਾਸਤੇ ਤਾਂ ਇੱਥੋਂ ਦੇਖੋ, ਜਿਵੇਂ ਗੱਲ ਕਰਦੇ ਪਏ ਸੀਗੇ, ਅਸੀਂ ਹਿਊਮਨ ਲਾਈਫ ਦੇ ਬਾਰੇ ਗੱਲ ਕਰਦੇ ਪਏ ਆ ਵੀ ਸੜਕਾਂ ਤੇ ਬੰਦੇ ਮਰਦੇ ਆ, ਬੰਦੇ ਦਾ ਕਾਰਾਂ ਥੱਲੇ ਆ ਕੇ ਮਰਦੇ ਪਏ ਆ। ਇਹ ਕਾਰਾਂ ਨੂੰ ਬੰਦ ਕਰਾ ਦੇਣਗੇ, ਕਾਰਾਂ ਦੀ ਫੈਕਟਰੀ ਨੂੰ ਬੰਦ ਕਰਾ ਦੇਣਗੇ। ਪਰ ਇੱਕ ਵੱਡਾ ਕਾਰਨ ਜਿਹੜੇ ਜਾਨਵਰ ਫਿਰਦੇ ਪਏ ਨੇ, ਉਹਨਾਂ ਦੇ ਨਾਲ ਇਨਸਾਨੀ ਜਾਨਾਂ ਜਾ ਰਹੀਆਂ ਨੇ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਬਚਾ ਲਓ, ਇਨਸਾਨ ਮਰਨ ਦੀ ਹੈ। ਨਹੀਂ, ਬੜੀ ਗਲਤ ਗੱਲ ਹੈ। ਪਿੱਛੇ ਮੈਂ ਤੁਹਾਨੂੰ ਦੱਸਾਂ, ਅਕਾਲੀ ਸਰਕਾਰ ਸੀਗੀ, ਉਹਨਾਂ ਨੇ 25-25 ਏਕੜ ਜ਼ਮੀਨ ਸ਼ਹਿਰਾਂ ਦੇ ਆਸੇ-ਪਾਸੇ ਜਿਹੜੇ ਪਿੰਡ ਸੀਗੇ, ਆਸੇ-ਪਾਸੇ ਇਹਨਾਂ ਨੇ 25-25 ਏਕੜ ਜ਼ਮੀਨ ਦਿੱਤੀ ਸੀਗੀ। ਜਿਹੜੀ ਹੁਣ ਦੀ ਸਰਕਾਰ ਆਈ ਹੈ, ਇਹਨੇ ਉੱਤੇ ਬਿਲਕੁਲ ਗੌਰ ਨਹੀਂ ਕੀਤਾ। ਜਿਹੜੀਆਂ ਪੁਰਾਣੀਆਂ ਗਊਸ਼ਾਲਾ ਬਣੀਆਂ ਹੋਈ ਸੀ, ਜਿੱਥੇ ਇਹ ਸੜਕਾਂ ਤੇ ਘੁੰਮਣ ਵਾਲੀਆਂ ਜਿਹੜੇ ਗਾਵਾਂ ਚਾਹੇ ਜਿੱਦਾਂ ਮਰਜ਼ੀ ਹੈ, ਉਹਨਾਂ ਨੂੰ ਉੱਥੇ ਲੈ ਕੇ ਜਾਇਆ ਜਾ ਸਕਦਾ ਸੀਗਾ, ਖਤਮ ਹੋ ਸਕਦਾ ਸੀ ਜੇ ਉਹੀ ਸਰਕਾਰ ਦੁਬਾਰਾ ਰਹਿੰਦੀ। ਮੇਰਾ ਖਿਆਲ ਹੈ ਕਿ ਇਹ ਜਿਹੜੀ ਸਮੱਸਿਆ ਹੁਣ ਬਣਦੀ ਪਈ ਹੈ, ਇਹ ਸਮੱਸਿਆ ਨਾ ਬਣਦੀ। ਇਹ ਸਰਕਾਰ ਨਾ ਤਾਂ ਗਊ ਸੈਸ ਦਿੰਦੀ ਪਈ ਹੈ, ਨਾ ਉਹਨਾਂ ਨੂੰ ਪ੍ਰੋਪਰ ਚਾਰਾ ਦਿੰਦੀ ਪਈ ਹੈ, ਲੋਕਾਂ ਦੇ ਬਰਡਨ ਪਾਈ ਜਾਂਦੀ ਪਈ। ਉਲਟਾ ਜਿਹੜੇ ਪ੍ਰਾਈਵੇਟ ਗਊਸ਼ਾਲਾ ਚੱਲਦੀਆਂ ਪਈਆਂ, ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਪਿਆ, ਉਹਨਾਂ ਦੇ ਉੱਤੇ ਟੈਕਸ ਲਗਾਏ ਜਾਂਦੇ, ਉਹਦੇ ਬਿਜਲੀਆਂ ਦਾ ਰੋਕ ਲਗਾਈ ਜਾਂਦੀ ਪਈ ਹੈ। ਇਹ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ। ਮਿੱਤਲ ਸਾਹਿਬ ਗਊ ਹੱਤਿਆ ਹੋਵੇ, ਜੀਵ ਹੱਤਿਆ ਦੇ ਖਿਲਾਫ ਨੇ, ਭਾਵੇਂ ਉਹ ਜਿਹੜੀ ਮਰਜ਼ੀ ਗਊ ਹੋਵੇ। ਮੈਂ ਹਰਪ੍ਰੀਤ ਜੀ ਉੱਥੇ ਗੱਲ ਆ ਰਿਹਾ, ਭਾਰਦਵਾਜ ਦੀ ਮੈਨੂੰ ਬੜੀ ਅਚੰਭਤ ਕੀਤਾ ਗੱਲ ਨੇ। ਇਹ ਜੀਵ ਹੱਤਿਆ ਦੇ ਤਾਂ ਕਹਿੰਦੇ ਅਸੀਂ ਖਿਲਾਫ ਹਾਂ, ਮਤਲਬ ਜੀਵ ਹੱਤਿਆ ਨਹੀਂ ਹੋਣੀ ਚਾਹੀਦੀ, ਪਰ ਇਹ ਇਨਸਾਨਾਂ ਨੂੰ ਜੀਵ ਨਹੀਂ ਮੰਨਦੇ ਕਿ ਗਊਆਂ ਜਿਹੜੀਆਂ ਹੈਗੀਆਂ ਨੇ ਜਾਂ ਡੰਗਰ ਜਿਹੜੇ ਹੈਗੇ ਨੇ ਸੜਕਾਂ ਤੇ ਘੁੰਮਦੇ ਨੇ, ਉਹ ਇਨਸਾਨਾਂ ਦੀ ਉਹਨਾਂ ਕਰਕੇ ਮੌਤ ਹੋ ਰਹੀ ਹੈ। ਇਹ ਸ਼ਾਇਦ ਇਹਨਾਂ ਦੇ ਦਿਲ ਦੇ ਵਿੱਚ ਉਸ ਲਈ ਕੋਈ ਦਰਦ ਨਹੀਂ ਹੈ। ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਬੁੱਚੜਖਾਨੇ ਦੀ, ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਯੂਪੀ ਦੇ ਵਿੱਚ ਕਿੰਨੇ ਬੁੱਚੜਖਾਨੇ ਹਿੰਦੂ ਚਲਾ ਰਹੇ ਹੈ, ਕੇਰਲਾ ਦੇ ਵਿੱਚ ਕਿੰਨੇ ਬੁੱਚੜਖਾਨੇ ਹਿੰਦੂ ਚਲਾ ਰਹੇ ਹੈ, ਤੁਸੀਂ ਉਹਨਾਂ ਦਾ ਕੀ ਕਰ ਲਿਆ? ਤੁਹਾਡੀ ਸੈਂਟਰ ਦੀ ਗਵਰਨਮੈਂਟ ਨੇ ਕੀ ਕਰ ਲਿਆ? ਕਿੰਨੇ ਆਰਐਸਐਸ ਦੇ ਲੋਕ ਇਸ ਕੰਮ ਦੇ ਵਿੱਚ ਇਨਵੋਲਵ ਨੇਗੇ, ਕਿੰਨੇ ਇਨਵੋਲਵ ਨੇਗੇ, ਕਿੰਨੇ ਕੱਟੜ ਹਿੰਦੂ ਜਿਹੜੇ ਹੈਗੇ ਨੇ ਬੀਫ ਦਾ ਮਾਸ ਜਿਹੜਾ ਐਕਸਪੋਰਟ ਕਰ ਦੇਣਗੇ। ਇਹ ਉਸ ਤੁਹਾਡੇ ਵਰਗੇ ਉਸ ਚੀਜ਼ ਦੇ ਉੱਤੇ ਕਿਉਂ ਨਹੀਂ, ਤੁਹਾਡੇ ਵਰਗੇ ਬੰਦੇ, ਕੋਈ ਵੀ ਉਸ ਚੀਜ਼ ਦੇ ਤੁਹਾਡੇ ਵਰਗੇ ਬੰਦੇ, ਉਸ ਚੀਜ਼ ਦੇ ਉੱਤੇ ਤੁਸੀਂ ਕਿਉਂ ਨਹੀਂ ਰੋਕਦੇ? ਦੂਜੀ ਗੱਲ ਇਹਨਾਂ ਨੇ ਕੀਤੀ ਹੈ ਕਾਰਾਂ ਦੀ ਗੱਲ, ਕਹਿੰਦੇ ਕਾਰਾਂ ਥੱਲੇ ਆ ਕੇ ਜੀ ਐਕਸੀਡੈਂਟ ਹੋ ਜਾਂਦੇ, ਕਾਰਾਂ ਕਿਹੜਾ ਬੰਦ ਕਰਾ ਦੋਗੇ? ਕਿੱਡਾ ਅਜੀਬ ਤਰਕ ਆ। ਕਾਰਾਂ ਦੀ ਇੱਕ ਇੰਡਸਟਰੀ, ਕਿੱਡਾ ਇੱਕ ਸਾਡੀ ਇੰਡਸਟਰੀ ਆ ਜਿਹੜੀ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦੀ ਆ, ਜਿਹੜੀ ਹਿੰਦੁਸਤਾਨ ਦੀ ਜੀਡੀਪੀ ਦੇ ਵਿੱਚ ਕੰਟਰੀਬਿਊਟ ਕਰਦੀ ਆ। ਤੁਸੀਂ ਉਸ ਗੱਲ ਨੂੰ ਕਿਵੇਂ ਕੰਪੇਅਰ ਕਰ ਲਓਗੇ? ਮਸਲਾ ਤੁਹਾਨੂੰ ਕੋਈ ਚਿੰਤਾ ਨਹੀਂ। ਅੱਜ ਕਹਿੰਦੇ ਜੀ ਅਸੀਂ ਹਿੰਦੂ ਆ, ਅਸੀਂ ਅੱਜ ਜਿਹੜੇ ਸ਼ਹਿਰਾਂ ਦੇ ਵਿੱਚ ਹਿੰਦੂ ਰਹਿ ਰਹੇ ਆ, ਉਹਨਾਂ ਤੁਸੀਂ ਦੇਖੋ ਉਹ ਸਾਰੇ ਮੰਨਦੇ ਆ ਗਊ, ਜਿਹੜੀ ਦੇਸੀ ਗਊ ਆ, ਉਹਨੂੰ ਮੈਂ ਵੀ ਮੰਨਦਾ ਕਿ ਹਾਂ ਗਊ ਸਾਡੇ ਲਈ ਪੂਜਨੀਕ ਹੈ, ਕਿਉਂਕਿ ਅਸੀਂ ਮੰਨਦੇ ਹਾਂ ਕਿ ਦੇਸੀ ਗਊ ਦੇ ਦੁੱਧ ਦੇ ਵਿੱਚ ਤਾਕਤ ਹੈ, 33 ਕਰੋੜ ਦੇਵੀ ਦੇਵਤੇ ਦਾ ਵਾਸ ਹੁੰਦਾ। ਕ੍ਰਿਸ਼ਨ ਜੀ ਨੇ ਵੀ ਜਿਹੜੀ ਗਊਆਂ ਦੀ ਸੇਵਾ ਸੰਭਾਲ ਕੀਤੀ ਆ, ਸਾਨੂੰ ਪ੍ਰੇਰਨਾ ਮਿਲਦੀ ਹੈ, ਗੀਤਾ ਦੇ ਵਿੱਚ ਵੀ ਜ਼ਿਕਰ ਆਉਂਦਾ। ਇਹ ਗੱਲ ਨਹੀਂ ਹੈ, ਪਰ ਜਿਹੜੇ ਹਿੰਦੂ ਅੱਜ ਇਸ ਗੱਲ ਨੂੰ ਲੈ ਕੇ ਬਿਲਕੁਲ ਹੀ ਦਰਕਨਾਰ ਕਰਦੇ ਆ ਕਿ ਨਹੀਂ ਇਹਨਾਂ ਦਾ ਕੁਝ ਨਹੀਂ ਹੋਣਾ ਚਾਹੀਦਾ, ਬੁੱਚੜਖਾਨੇ ਨੂੰ ਬਿਲਕੁਲ ਹੀ ਦਰਕਨਾਰ ਕਰਦੇ ਆ, ਤਾਂ ਜਾਂ ਤਾਂ ਉਹ ਹੱਲ ਦੱਸਣ ਕਿ ਇਸ ਗੱਲ ਦਾ ਹੱਲ ਕੀ ਹੈ। ਤੁਸੀਂ ਆਪਣੇ ਘਰਾਂ 'ਚ ਪਾਲ ਲਓ, ਇੱਕ ਲੈ ਜਾਓ, ਜਦੋਂ ਫਿਰ ਉਹਨਾਂ ਦਾ ਜਦੋਂ ਫਿਰ ਉਹਨਾਂ ਦਾ ਆਪਣਾ
ਦਾ ਮੈਂ ਕੋਈ ਕਹਿੰਦਾ ਮਰਦਾ, ਇੱਕ ਵੀ ਸੜਕ ਤੇ ਜਦੋਂ ਜਾਣਾ ਉਹਨਾਂ ਦਾ ਤਾਂ ਆਪਣਾ ਕੋਈ ਇਸ ਕਾਨੂੰਨ ਐਕਸੀਡੈਂਟ ਦੇ ਵਿੱਚ ਪਾਸ ਕਰਾ ਮਰਦਾ ਹੈ, ਫਿਰ ਉਹ ਸਰਕਾਰ ਦੇ ਆਲੇ ਦੁਆਲੇ ਕਿਉਂ ਹੁੰਦੇ ਆ? ਅਗਰ ਇਸ ਗੱਲ ਦੇ ਖਿਲਾਫ ਆਵਾਜ਼ ਉਠਾਉਣੀ ਉਹ ਮੁਨਾਸਬ ਹੀ ਨਹੀਂ ਸਮਝਦੇ। ਜਦੋਂ ਉਹਨਾਂ ਦੇ ਘਰ ਨੂੰ ਅੱਗ ਲੱਗਦੀ ਹੈ, ਕੋਈ ਰੋਡ ਐਕਸੀਡੈਂਟ ਦੇ ਵਿੱਚ ਕਿਸੇ ਅਵਾਰਾ ਪਸ਼ੂ ਕਰਕੇ ਕੋਈ ਮੌਤ ਹੁੰਦੀ ਹੈ, ਫਿਰ ਉਹ ਸਰਕਾਰਾਂ ਦੇ ਆਲੇ ਦੁਆਲੇ ਹੁੰਦੇ ਆ, ਫਿਰ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਿਉਂ ਕਰਦੇ ਆ? ਅੱਜ ਸ਼ਹਿਰਾਂ 'ਚ ਜਿੰਨੇ ਹਿੰਦੂ ਰਹਿੰਦੇ ਤੁਹਾਡੇ ਆ, ਵਰਗੇ political ਬੰਦੇ ਗਊ ਚਰਚ ਮਿਲਣ ਦੇ ਅੱਜ ਕਬਜ਼ੇ ਕਰਕੇ ਅੱਜ ਜਿਹੜੇ ਹਿੰਦੂ ਸ਼ਹਿਰਾਂ 'ਚ ਰਹਿੰਦੇ ਆ, ਉਹ ਅਗਰ ਮਾਂ ਨੂੰ ਆਪਣੀ ਨੂੰ ਕਹਿੰਦੇ ਆ ਕਿ ਗਊ ਮਾਂ ਗਈ, ਗਊ ਉੱਥੇ ਲਿਫਾਫੇ ਖਾਂਦੀ ਹੈ, ਗਊ ਉੱਥੇ ਗੰਦ ਦੇ ਵਿੱਚ ਫਿਰਦੀ ਹੈ, ਗਊਆਂ ਦੀ ਮੌਤ ਹੋ ਰਹੀ ਹੈ, ਉਹਨਾਂ ਨੂੰ ਕਿਉਂ ਨਹੀਂ ਸੰਭਾਲਿਆ ਜਾਂਦਾ? ਉਹਨਾਂ ਕੋਲੇ 2-2 4-4 ਮਰਲਿਆਂ ਦੇ ਸ਼ਹਿਰਾਂ ਦੇ ਵਿੱਚ ਘਰ ਨੇ, ਉੱਥੇ ਗਊ ਰੱਖਣ ਦੇ ਕਾਬਲ ਹੀ ਹੈ ਨਹੀਂ। ਮਤਾ ਲੈ ਕੇ ਆਓ, ਮਤਾ ਲੈ ਕੇ ਆਓ, ਇਹਦੇ ਵਾਸਤੇ ਮਤਾ ਲੈ ਕੇ ਆਓ। ਸਿਰਫ ਇੱਕ ਸ਼ਹਿਰਾਂ ਦੇ ਵਿੱਚ ਬੈਠ ਕੇ ਆਪਣੀ ਆਵਾਜ਼ ਬੁਲੰਦ ਤੁਹਾਨੂੰ ਕਰਦੇ ਆ ਦੇਖੀਏ ਕਿ ਮਤਾ ਗਊ ਵੀ ਸਾਡੀ ਸ਼ਹਿਰਾਂ ਮਾਤਾ ਦੇ ਵਿੱਚ ਪਰ ਇਹਦੇ ਤੇ ਗਊ ਰਾਜਨੀਤੀ ਹੋ ਰਹੀ ਹੈ। ਅੱਜ ਕਿੰਨੇ ਹਿੰਦੂ ਸੰਗਠਨ ਜਿਹੜੇ ਹੈਗੇ ਨੇ ਜਦੋਂ ਗਊ ਦਾ ਤੇ ਮਾਮਲਾ ਆਉਂਦਾ, ਕਿੰਨੇ ਉਹ ਫੜੇ ਗਏ ਕਿ ਬਲੈਕਮੇਲ ਕਰਦੇ ਆ, ਜਿਹੜੇ ਵਪਾਰੀ ਵੀ ਗਊਆਂ ਨੂੰ ਖਰੀਦ ਵੇਚਣ ਦਾ ਕੰਮ ਕਰਦੇ ਆ। ਅਗਰ ਉਹ ਟੈਂਪੂ ਦੇ ਵਿੱਚ ਆਪਣਾ ਟ੍ਰੇਡ ਕਰ ਰਹੇ ਆ ਤਾਂ ਉਹਨਾਂ ਨੂੰ ਘੇਰ ਕੇ ਧੱਕੇ ਨਾਲ ਉਹਨਾਂ ਨੂੰ ਘੇਰ ਕੇ ਧੱਕੇ ਨਾਲ ਉਹਨਾਂ ਨੂੰ ਜ਼ੁਲਮ ਕੀਤਾ ਜਾਂਦਾ, ਉਹਨਾਂ ਦੇ ਗਊਆਂ ਖੋਈਆਂ ਨੇ ਕਤਲ ਕੀਤੇ ਜਾਂਦੇ, ਉਹਨਾਂ ਦੇ ਪਰਚੇ ਦਰਜ ਕਰਾਏ ਜਾਂਦੇ ਆ। ਜਦ ਕਿ ਕਿੰਨੇ ਕੇਸ ਇਹੋ ਜਿਹੇ ਨੇ ਕਿ ਬਾਅਦ ਦੇ ਵਿੱਚ ਉਹ ਲੋਕ ਬਰੀ ਹੋਏ ਆ ਕਿਉਂਕਿ ਉਹਨਾਂ ਨੇ ਸਬੂਤ ਦਿੱਤਾ ਕਿ ਅਸੀਂ ਵਪਾਰ ਕਰਦੇ ਆ, ਅਸੀਂ ਗਊ ਨੂੰ ਰੱਖਦੇ ਆ, ਸਾਡਾ ਪਾਲਤੂ ਜਾਨਵਰ ਹੈ। ਠੀਕ ਹੈ ਚਲੋ ਮੈਂ ਇੱਕ ਰਿਐਕਸ਼ਨ ਸਵੈਚ ਸਾਹਿਬ ਤੋਂ ਸਵੈਚ ਸਾਹਿਬ, ਮਸਲਾ ਬੜਾ ਗੰਭੀਰ ਹੈਗਾ, ਲਗਾਤਾਰ ਐਕਸੀਡੈਂਟ ਹੋ ਰਹੇ ਨੇ, ਮੌਤਾਂ ਹੋ ਰਹੀਆਂ ਨੇ। ਜਿੰਨਾ ਪੈਸਾ ਤੁਸੀਂ ਹੁਣ ਬਜਟ ਦੇ ਵਿੱਚ ਐਲੋਕੇਸ਼ਨ ਕੀਤਾ ਉਸ ਤੋਂ ਘੱਟੋ ਘੱਟ 4-5 ਗੁਣਾ ਜ਼ਿਆਦਾ ਪੈਸਾ ਪਿਆ ਆਲਰੇਡੀ, ਉਹਦੀ ਤਾਂ ਵਰਤੋਂ ਹੋਈ ਨਹੀਂ, ਇਹ ਹੋਰ ਪੈਸਾ ਤੁਸੀਂ ਰੱਖ ਲਿਆ। ਦੇਖੋ ਉਸ ਪੈਸੇ ਦੀ ਜਿਹੜੀ ਹੈਗੀ ਹੈ ਉਹ ਖਰਚ ਕਰਨ ਦੀ ਵੀ ਲੋੜ ਹੈ, ਤੇ ਮੈਂ ਕਹਿ ਚੁੱਕਾ ਪਹਿਲਾਂ ਵੀ ਕਿ ਸਾਨੂੰ ਹੋਰ ਜ਼ਿਆਦਾ ਇਸ ਪਾਸੇ ਤੁਸੀਂ ਸੋਲੂਸ਼ਨ ਦੱਸੋ, ਤੁਸੀਂ ਮੈਂ ਕੋਈ ਰੋਡ ਮੈਪ ਬਣਾਇਆ ਦੇਖੋ ਕਿ ਨਵਾਰਾ ਪਸ਼ੂ ਨੂੰ ਕਿਵੇਂ ਠੱਲ ਪਾਈ ਜਾਏਗੀ? ਜਿੱਥੋਂ ਤੱਕ ਇੱਥੇ ਗੱਲ ਚੱਲੀ ਹੈਗੀ ਹੈ ਜੀ ਕਿ ਦੇਸੀ ਗਾਂ ਤੇ ਜਿਹੜੀਆਂ ਜਰਸੀ ਗਾਵਾਂ ਨੇ ਦੂਜੀਆਂ, ਤੇ ਆਪਾਂ ਦੇਖਾਂਗੇ ਨਾ ਜੀ ਜ਼ਿਆਦਾਤਰ ਜਰਸੀ ਗਾਵਾਂ ਨੇ ਜਿਹੜੀਆਂ ਸੜਕਾਂ ਤੇ ਘੁੰਮ ਰਹੀਆਂ ਨੇ, ਜ਼ਿਆਦਾਤਰ ਮੋਸਟਲੀ ਉਹੀ ਨੇ ਜੀ। ਲੇਕਿਨ ਜਿਹੜਾ ਹੁਣ ਤੱਕ ਦਾ ਕਾਨੂੰਨ ਹੈ ਜੀ, ਕਾਨੂੰਨ ਚਾਹੇ ਸੰਵਿਧਾਨ ਹੈ, ਚਾਹੇ ਸਟੇਟ ਦੇ ਕਾਨੂੰਨ, ਚਾਹੇ ਸਾਡੇ ਪੰਜਾਬ ਦਾ ਕਾਨੂੰਨ ਹੈ ਜੀ, ਉਹਦੇ ਵਿੱਚ ਲਫ਼ਜ਼ ਜਿਹੜਾ ਗਊ ਲਿਖਿਆ ਹੋਇਆ ਜੀ, ਉਹਦੇ ਵਿੱਚ ਜਦੋਂ ਤੱਕ ਅਸੀਂ ਉਹਦੇ 'ਚ ਨਾ ਜੀ ਡਿਸਟਿੰਕਸ਼ਨ ਨਹੀਂ ਕਰਦੇ ਹੈਗੇ, ਉਹਦੀ ਪਰਿਭਾਸ਼ਾ ਨਹੀਂ ਬਦਲਦੇ ਹੈਗੇ, ਤੇ ਸੁਪਰੀਮ ਕੋਰਟ ਨੇ ਵੀ ਜਿੰਨੇ ਪੂਰੇ ਹਿੰਦੁਸਤਾਨ ਦੇ ਜਿਹੜੇ ਐਂਟੀ ਜਿਹੜੇ ਸਲੌਟਰ ਕਾਓ ਸਲੌਟਰ ਦੇ ਕਾਨੂੰਨ ਨੇ ਜੀ, ਉਹਨਾਂ ਨੂੰ ਬਹਾਲ ਕੀਤਾ। ਉਹਨਾਂ ਨੇ ਕਿਹਾ ਠੀਕ ਨੇ ਇਹ 26 ਅਕਤੂਬਰ 2005 ਦਾ ਫੈਸਲਾ ਸੁਪਰੀਮ ਕੋਰਟ ਦਾ ਜੀ। ਸੋ ਆਪਾਂ ਨੂੰ ਉਸ ਗੱਲ ਨੂੰ ਧਿਆਨ 'ਚ ਰੱਖਦੇ ਹੋਇਆ ਕਿ ਮਸਲਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਦਿਨ ਬ ਦਿਨ, ਕਿੰਨੇ ਇਨਸਾਨਾਂ ਜਾਨਾਂ ਜਾ ਰਹੀਆਂ ਨੇ, ਆਪਾਂ ਨੂੰ ਇੱਕ ਜਿਹੜੀ ਉਹਨਾਂ ਦੀ ਪਰਿਭਾਸ਼ਾ ਹੈ ਗਊ ਦੀ ਉਹ ਤਬਦੀਲ ਕਰਨੀ ਪਏਗੀ। ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਸੀਂ, ਗਰੇਵਾਲ ਸਾਹਿਬ ਬੈਠੇ ਇੱਥੇ, ਕਿ ਪਾਰਲੀਮੈਂਟ ਦੇ ਵਿੱਚ ਇਦਾਂ ਦਾ ਕਾਨੂੰਨ ਲੈ ਕੇ ਲਿਆਂਦਾ ਜਾਵੇ ਜਿਹਦੇ ਵਿੱਚ ਦੇਸੀ ਗਊ ਤੇ ਜਿਹੜੀ ਜਰਸੀ ਬਰੀਡ ਦਾ ਫਰਕ ਕੀਤਾ ਜਾਵੇ, ਤਾਂ ਕਿ ਜਿਹੜੀ ਇਹ ਸਮੱਸਿਆ ਮੈਂ ਕਹਿੰਦਾ ਸਾਹਿਬ ਇਹ ਚੀਜ਼ ਤੁਸੀਂ ਵਿਧਾਨ ਸਭਾ 'ਚ ਵੀ ਕਰ ਸਕਦੇ ਹੋ, ਤੁਸੀਂ ਕਿਉਂ ਨਹੀਂ ਪਤਾ ਲੈ ਕੇ? ਕਿਉਂਕਿ ਵਿਧਾਨ ਸਭਾ ਦੇ ਵਿੱਚ ਸੀਏ ਦੇ ਖਿਲਾਫ ਮਤਾ ਪਾਸ ਕਰ ਸਕਦੇ ਹੋ, ਜਿਹੜਾ ਸੈਂਟਰ ਦਾ ਕਾਨੂੰਨ ਹੈ, ਜਦੋਂ ਤੁਸੀਂ ਆਪਣੇ ਕਾਨੂੰਨ ਸਰ ਸੰਵਿਧਾਨ ਦਾ ਆਰਟੀਕਲ 48 ਹੈ ਜੀ, ਉੱਥੇ ਕਾਓ ਲਫ਼ਜ਼ ਲਿਖਿਆ ਹੋਇਆ ਜੀ ਗਊ, ਤੁਸੀਂ ਉਹਨੇ ਉੱਥੇ ਵੀ ਸਾਰੀ ਹੈ ਜੀ ਸਰਾਜ ਸਾਹਿਬ ਆਪਾਂ ਪੰਜਾਬ ਵਿਧਾਨ ਸਭਾ ਨੀਲ ਗਾਏ ਨੂੰ ਕੱਟਣ ਦਾ ਨੋਟੀਫਿਕੇਸ਼ਨ 2017 ਦਾ ਪੰਜਾਬ ਦੇ ਇੱਥੇ ਦੀ ਸਰਕਾਰ ਨੇ ਨੀਲ ਗਾਏ ਨੂੰ ਕੱਟਣ ਦਾ, ਉਹ ਜਿਆਦਾ 2017 ਦੇ ਵਿੱਚ ਤੁਹਾਡੀ ਸਰਕਾਰ ਆਈ ਹੈ ਜਾਂ ਤੁਹਾਡਾ ਹੋਣਾ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਦਾ ਹੋਣਾ, ਅਕਾਲੀ ਬੀਜੇਪੀ ਦੀ ਸਰਕਾਰ ਦਾ ਹੋਣਾ। ਕੱਲ ਬ੍ਰਹਮ ਮਹਿੰਦਰਾ ਜੀ ਨੇ ਵੀ ਮੰਨਿਆ ਕਿ ਹਾਂ ਇਹ ਨੋਟੀਫਿਕੇਸ਼ਨ ਹੈਗਾ। ਅਮਨ ਅਰੋੜਾ ਜੀ ਨੇ ਕੱਲ ਪੰਜਾਬ ਦੀ ਅਸੈਂਬਲੀ ਦੇ ਵਿੱਚ ਨੋਟੀਫਿਕੇਸ਼ਨ ਦਿਖਾਇਆਗਾ ਬਕਾਇਦਾ ਤੌਰ ਦੇ ਉੱਤੇ। ਅਗਰ ਉਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦਾ ਹੈ, ਚਾਹੇ ਉਸ ਸਮੇਂ ਪਾਵਰ ਦੇ ਵਿੱਚ ਅਕਾਲੀ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ, ਪਰ 2017 ਦਾ ਅਗਰ ਨੋਟੀਫਿਕੇਸ਼ਨ ਪੰਜਾਬ ਦੀ ਅਸੈਂਬਲੀ ਲੈ ਕੇ ਆ ਸਕਦੀ ਹੈ ਤਾਂ ਅਵਾਰਾ ਜਿਹੜੀਆਂ ਅਮਰੀਕਨ ਨਸਲਾਂ ਦੀਆਂ ਗਊਆਂ ਨੇ ਜਿਹੜੀਆਂ ਸਾਡੇ ਸੜਕਾਂ ਦੇ ਉੱਤੇ ਟੈਰਰ ਕ੍ਰੀਏਟ ਕੀਤਾ ਹੋਇਆ ਜਿਨ੍ਹਾਂ ਨੇ, ਅਗਰ ਉਹਨਾਂ ਨੂੰ ਤੁਸੀਂ ਕੱਟਣ ਦਾ ਨੋਟੀਫਿਕੇਸ਼ਨ ਕਿਉਂ ਨਹੀਂ ਲੈ ਕੇ ਆ ਸਕਦੇ? ਸਰ ਜੇ ਕੋਈ ਗਲਤ ਨੋਟੀਫਿਕੇਸ਼ਨ ਹੈਗਾ ਤਾਂ ਉਹਦਾ ਮਤਲਬ ਉਹ ਰੱਦ ਕਰੋ, ਅਗਰ ਗਲਤ ਮੰਨਦੇ ਹੋ ਰੱਦ ਕਰੋ, ਹੋ ਜਾਏਗਾ। ਪਰ ਲੇਕਿਨ ਇਹ ਗਊ ਦੀ ਆਪਾਂ ਨੂੰ ਪਰਿਭਾਸ਼ਾ ਬਦਲਣ ਵਾਸਤੇ ਨਾ ਜੀ ਇਹ ਪਾਰਲੀਮੈਂਟ ਦੇ ਵਿੱਚ ਕਾਨੂੰਨ ਲੈ ਕੇ ਆਉਣਾ ਪਏਗਾ, ਤਾਂ ਕਿ ਜਿਹੜਾ ਇਹ ਮਸਲਾ 90% ਜ਼ਿਆਦਾ ਹੱਲ ਹੋ ਜਾਏਗਾ। ਗਰੇਵਾਲ ਸਾਹਿਬ ਹੱਲ ਹੋ ਜਾਏਗਾ। ਇਸ ਗੱਲ ਨੂੰ ਲੈ ਕੇ ਇੱਕ ਖਾਸ ਪਾਰਟੀ ਔਰ ਇੱਕ ਖਾਸ ਫਿਰਕੇ ਨੂੰ ਜੋੜ ਕੇ ਦੇਖਿਆ ਜਾਂਦਾ, ਸਿੱਧੇ ਤੌਰ ਤੇ ਕਹਿੰਦਾ ਬੀਜੇਪੀ ਤੇ ਆਰਐਸ ਨੂੰ ਜੋੜ ਕੇ ਦੇਖਿਆ ਜਾਂਦਾ ਕਿ ਇਹ ਸਮੱਸਿਆ ਹੱਲ ਹੋ ਜਾਵੇ, ਪਰ ਇਹ ਲੋਕ ਹੱਲ ਨਹੀਂ ਹੋਣ ਦਿੰਦੇ। ਨਾ ਤਾਂ ਤੁਸੀਂ ਇਸ ਸਮੱਸਿਆ ਨੂੰ ਹੱਲ ਕਰਦੇ ਹੋ ਕਿਸੇ ਪੋਜ਼ਿਟਿਵ ਵੇ ਦੇ ਵਿੱਚ ਹੱਲ ਕਰਦੇ ਹੋ, ਨਾ ਹੀ ਬੁੱਚੜਖਾਨੇ ਵਾਲਾ ਕੋਈ ਤਰੀਕਾ ਅਪਣਾਉਣ ਦਿੰਦੇ। ਜੇ ਇਹਦੇ ਵਿੱਚ ਸਮੱਸਿਆ ਤਾਂ ਉੱਥੇ ਜਿੱਥੇ ਖੜੀ ਹੈ, ਨਾ ਤਾਂ ਤੁਸੀਂ ਗਊਆਂ ਨੂੰ ਸੰਭਾਲਣਾ ਹੈ, ਨਾ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾਉਣਾ ਹੈ ਕਿ ਗਊਆਂ ਸੰਭਾਲੀਆਂ ਜਾਣ, ਨਾ ਉਹਨਾਂ ਨੂੰ ਅਸੀਂ ਬੁੱਚੜਖਾਨੇ ਭੇਜਣਾ। ਪੰਜਾਬ 'ਚ ਸਾਡੀ ਅਕਾਲੀ ਭਾਜਪਾ ਸਰਕਾਰ ਸੀ, ਇਹ ਕੌਸੈਸ ਜਿਹੜਾ ਲਗਾਇਆ ਇਹ ਉਸ ਟਾਈਮ ਹੀ ਲਗਾਇਆ, ਔਰ ਜਿਹੜਾ ਗਊ ਕਮਿਸ਼ਨ ਬਣਾਇਆ ਉਹ ਵੀ ਉਸ ਟਾਈਮ ਬਣਾਇਆ, ਔਰ ਉਸੇ ਵੇਲੇ ਹੀ 25-25 ਏਕੜ ਜਗ੍ਹਾ ਵੀ ਦਿੱਤੀ ਗਈ। ਪਰ ਉਸ ਤੋਂ ਬਾਅਦ ਸਰਕਾਰ ਬਦਲ ਗਈ, ਉਸ ਸਰਕਾਰ ਨੇ ਉਹਦੇ ਤੇ ਇਨੀਸ਼ੀਏਟਿਵ ਨਹੀਂ ਲਿਆ, ਔਰ ਜਿਹੜਾ ਪੈਸਾ ਵੀ ਇਕੱਠਾ ਹੁੰਦਾ ਉਹ ਵੀ ਆਪਦੇ ਕੋਲ ਹੀ ਰੱਖਿਆ ਹੋਇਆ, ਤੇ ਇਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਬਦਲੇਗੀ, ਹੁਣ ਫਿਰ ਕਰਾਂਗੇ, ਤੇ ਇਹ ਸਰਕਾਰਾਂ ਨਹੀਂ ਬਦਲਦੀ, ਕਿਉਂ ਬਦਲੇਗੀ ਸਰਕਾਰ? ਹਾਲਾਤ ਬਣ ਗਏ ਤੁਹਾਡੇ, ਹਾਲਾਤ ਬਣ ਗਏ ਗਰੇਵਾਲ ਸਾਹਿਬ, ਚਲੋ ਉਸ ਤੇ ਆਪਾਂ ਬਾਅਦ 'ਚ ਬਹਿਸ ਕਰ ਲਾਂਗੇ, ਚਲੋ ਫਿਰ ਕਰ ਲਾਂਗੇ, ਫਿਰ ਆਪਾਂ ਕਰ ਲਾਂਗੇ। ਇਹਦੇ 'ਚ ਦੂਜੀ ਗੱਲ ਇਹ ਆ ਕਿ ਜਿਹੜਾ
ਲੋਕਾਂ ਨੂੰ ਵੀ ਪਬਲਿਕ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਜਿਹੜਾ ਸਰਕਾਰ ਨੇ ਉੱਥੇ ਗਊਆਂ ਜਿਹੜੀਆਂ ਉਹਨਾਂ ਗਊਸ਼ਾਲਾ 'ਚ ਰੱਖੀਆਂ ਹੋਈਆਂ ਨੇ ਔਰ ਉਹਨਾਂ ਦੀ ਐਸੀ ਬੁਰੀ ਹਾਲਤ ਆ ਕਿ ਉਹਨਾਂ ਨੂੰ ਨਾ ਤਾਂ ਚਾਰਾ ਦਿੱਤਾ ਜਾਂਦਾ ਤੇ ਨਾ ਹੀ ਔਰ ਇੱਕ ਉਹਨਾਂ ਦੀ ਕਪੈਸਿਟੀ ਤੋਂ ਜ਼ਿਆਦਾ ਰੱਖਤੀਆਂ ਤੇ ਉਹ ਜਿਹੜਾ ਹੈਗਾ ਉਹਦੇ ਲਈ ਠੀਕ ਇੰਤਜ਼ਾਮ ਕਰਨ। ਇਹ ਅੱਛੀ ਗੱਲ ਨਹੀਂ ਹੈ ਪੰਜਾਬ ਸਰਕਾਰ ਦੇ ਲਈ ਵੀ। ਕਾਂਗਰਸ ਦੀ ਠੀਕ ਆ, ਉਹਨਾਂ ਦੀ ਕਾਂਗਰਸ ਦੀ ਸ਼ਰਧਾ ਨਹੀਂ ਹੈਗੀ, ਪਰ ਘੱਟੋ ਘੱਟ ਇਹ ਜ਼ਰੂਰ ਨਹੀਂ ਇਹ ਨਾ ਕਹੋ ਸਾਡੇ ਦੇਸ਼ ਦੀ ਜਿਹੜੀ ਦੇਖੋ ਗਊ ਦੀ ਉਹ ਤੁਸੀਂ ਦੱਸ ਦੇਣਾ ਸਾਰਿਆਂ ਵਾਸਤੇ ਹੀ ਹੈਗੀ ਹੈ, ਸਾਰਿਆਂ ਵਾਸਤੇ ਹੀ। ਤੇ ਇਸ ਕਰਕੇ ਮੈਂ ਇੱਕ ਤਾਂ ਇਹ ਅਪੀਲ ਕਰਦਾ ਔਰ ਦੂਸਰਾ ਭਾਰਤੀ ਜਨਤਾ ਪਾਰਟੀ ਤਾਂ ਆਪਣੇ ਅਸੂਲਾਂ ਤੇ ਔਰ ਜੋ ਗੱਲ ਕਹਿੰਦੇ ਆ ਅਸੀਂ ਉਹ ਕਰਦੇ ਆ। ਕੱਲ ਆਮ ਆਦਮੀ ਪਾਰਟੀ ਦੇ ਅਸੀਂ ਪੁਤਲੇ ਸਭ ਡਿਸਟ੍ਰਿਕਟ ਹੈਡਕੁਆਟਰਾਂ ਤੇ ਇਸੇ ਲਈ ਜਲਾਏ ਕਿ ਉਹਨਾਂ ਨੇ ਗਲਤ ਗੱਲਾਂ ਕੀਤੀਆਂ। ਉਹਨਾਂ ਨੇ ਕੋਈ ਕਾਇਦੇ ਦੀ ਗੱਲ ਨਹੀਂ ਕੀਤੀ ਔਰ ਨਾ ਹੀ ਉਹਨਾਂ ਦੀ ਕੋਈ ਸੰਸਕਾਰਾਂ ਵਾਲੀ ਗੱਲ ਆ। ਉਹ ਤਾਂ ਇਦਾਂ ਕਿ ਖਾਲੀ ਪਬਲਿਸਿਟੀ ਲੈਣ ਲਈ ਇਹ ਲੋਕ ਗੱਲ ਕਰਦੇ ਆ। ਪਬਲਿਸਿਟੀ ਲੈਣ ਲਈ ਨਹੀਂ ਸਾਨੂੰ ਕਰਨੀ ਚਾਹੀਦੀ। ਇਹ ਸਾਰੇ ਇਹਨਾਂ ਤੇ ਵਿਚਾਰ ਕਰਕੇ ਇਹ ਜਿਹੜੀਆਂ ਗਊਆਂ ਨੇ ਉਹਨਾਂ ਦਾ ਜ਼ਰੂਰ ਜਿਹੜਾ ਬੁੱਚੜਖਾਨਿਆਂ 'ਚ ਨਹੀਂ ਜਾਣਗੀਆਂ ਉਹਦਾ ਅਸੀਂ ਜੇ ਅੱਛਾ ਜਿਹੜਾ ਇੱਕ ਤਰਕ ਵਾਰ-ਵਾਰ ਗਰੇਵਾਲ ਸਾਹਿਬ ਇਹ ਦਿੱਤਾ ਜਾਂਦਾ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨੀਆਂ ਵਾਰਾ ਗਈਆਂ ਜਾਂ ਪਸ਼ੂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਸਾਂਭੇ ਨਹੀਂ ਜਾ ਸਕਦੇ, ਜਿੰਨਾ ਮਰਜ਼ੀ ਤੁਸੀਂ ਪੈਸਾ ਲਾ ਲਓ, ਕਿਉਂਕਿ ਜਿਹੜਾ ਮੈਂ ਅੰਕੜਾ ਤੁਹਾਨੂੰ ਦੱਸਿਆ 1 ਲੱਖ ਗਊਆਂ ਦਾ ਬਹੁਤ ਵੱਡਾ ਅੰਕੜਾ ਹੈ। ਅਜਿਹੇ ਨੂੰ ਤਰਕ ਬਣਾ ਕੇ ਇਹਨਾਂ ਨੇ ਕਿਹਾ ਕਿ ਬੁੱਚੜਖਾਨੇ ਸੁੱਟ ਦਿਓ ਤਾਂ ਦਿੱਕਤ ਕੀ? ਨਹੀਂ 1 ਲੱਖ ਗਊਆਂ 'ਚ ਸਾਨੂੰ ਡਿਸਟਿੰਕਸ਼ਨ ਕਰਨੀ ਪੈਣੀ ਹੈ। ਜਿਹੜੇ ਜਰਸੀ ਦੀ ਗੱਲ ਕੀਤੀ ਹੈ ਨਾ ਉਹ ਜ਼ਿਆਦਾ ਨੇ, ਇਹ ਤਾਂ ਜਿਹੜੀਆਂ ਅਸਲੀ ਗਊਆਂ ਨੇ ਉਹ ਤਾਂ ਬਹੁਤ ਹੀ ਘੱਟ ਨੇ ਤੇ ਇਸ ਕਰਕੇ ਉਹ ਜ਼ਰੂਰ ਦੇਖ ਲੈਣਾ ਚਾਹੀਦਾ, ਉਹਦੇ 'ਚ ਵਿਚਾਰ ਕਰ ਲੈਣਾ ਚਾਹੀਦਾ। ਸਾਨੂੰ ਉਹਦੇ ਤੇ ਕੋਈ ਬਹੁਤ ਜ਼ਿਆਦਾ ਇਤਰਾਜ਼ ਵੀ ਨਹੀਂ। ਨਹੀਂ ਤੁਸੀਂ ਜਰਸੀ ਗਊਆਂ ਨੂੰ ਬੁੱਚੜਖਾਨੇ ਭੇਜਣ ਦੇ ਹੱਕ 'ਚ? ਜਰਸੀ ਗਊਆਂ ਨੂੰ ਅਰੇ ਯਾਰ ਤੁਸੀਂ ਨਹੀਂ ਜਰਸੀ ਗਊਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ 1 ਲੱਖ ਹਾਂ ਡਿਸਟਿੰਕਸ਼ਨ ਜਰਸੀ ਗਊਆਂ ਜਿਹੜੀਆਂ ਉਹਨਾਂ ਨੂੰ ਭੇਜਣ ਦੇ ਹੱਕ 'ਚ? ਮੈਂ ਤਾਂ ਕਿਸੇ ਨੂੰ ਵੀ ਭੇਜਣ ਦੇ ਹੱਕ 'ਚ ਨਹੀਂ, ਫਿਰ ਪਰ ਦੂਜਾ ਉਹਨਾਂ ਦੀ ਸਾਂਭ ਸੰਭਾਲ ਅਲੱਗ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਉਹਨਾਂ ਦਾ ਤਾਂ ਇਹ ਵੀ ਕੀਤਾ ਜਾ ਸਕਦਾ ਕਿ ਉਸ ਨਸਲ ਨੂੰ ਦੁਬਾਰਾ ਅੱਗੇ ਪੈਦਾ ਨਾ ਹੋਵੇ ਆਪਣੇ ਦੇਸ਼ ਦੇ ਅੰਦਰ, ਇਸ ਤਰ੍ਹਾਂ ਦਾ ਵੀ ਕੀਤਾ ਜਾ ਸਕਦਾ। ਉਹਦੇ ਤੇ ਵਿਚਾਰ ਕਰਕੇ ਸਾਰਿਆਂ ਨੂੰ ਕਰਨਾ ਚਾਹੀਦਾ। ਇਹ ਕੋਈ ਇੱਕ ਦੂਜੇ ਤੇ ਆਰੋਪ ਲਾਉਣ ਵਾਲੀ ਗੱਲ ਨਹੀਂ। ਇੱਕ ਮੈਂ ਹਰਪ੍ਰੀਤ ਜੀ ਇੱਕ ਤੁਹਾਨੂੰ ਰਿਕੁਐਸਟ ਇੱਕ ਹੋਰ ਕਰਦਾ ਜੀ ਕਿ ਅਸੀਂ ਕਦੇ ਵੀ ਜਦੋਂ ਟੀਵੀ ਤੇ ਬੈਠੀਏ ਘੱਟ ਤੋਂ ਘੱਟ ਜਿੰਨੇ ਵੀ ਡਿਬੇਟ ਕਰਨ ਲੋਕ ਆਉਂਦੇ ਆ ਉਹਨਾਂ ਨੂੰ ਇਹ ਅਲਾਉ ਨਾ ਕਰੀਏ ਕਿ ਅਸੀਂ ਮੁਸਲਮਾਨਾਂ ਦੇ ਖਿਲਾਫ ਬੋਲੀਏ, ਅਸੀਂ ਹਿੰਦੂਆਂ ਦੇ ਖਿਲਾਫ ਬੋਲੀਏ, ਅਸੀਂ ਸਿੱਖਾਂ ਦੇ ਖਿਲਾਫ ਬੋਲੀਏ। ਆਪਸੀ ਭਾਈਚਾਰਕ ਸਾਂਝ ਸਾਨੂੰ ਰੱਖਣੀ ਚਾਹੀਦੀ ਹੈ, ਆਪਸੀ ਸਦਭਾਵ ਵੀ ਰੱਖਣਾ ਚਾਹੀਦਾ ਔਰ ਇਹ ਦੇਸ਼ ਦੇ ਅੰਦਰ ਕਾਇਮ ਰਹਿਣਾ ਚਾਹੀਦਾ। ਸਾਡੇ ਦੇਸ਼ ਦੀ ਇਹ ਵਿਸ਼ੇਸ਼ਤਾ ਵੀ ਅਸੀਂ ਹਾਲਾਤ ਦਿੱਲੀ ਦੇ ਵਿੱਚ ਦੇਖ ਹੀ ਚੁੱਕੇ ਹਾਂ ਵੀ ਉਹ ਕੀ ਬਣੇ ਨੇ ਹਾਲਾਤ। ਨਹੀਂ ਉਹ ਫਿਰ ਉਹੀ ਤਾਂ ਗੱਲ ਮੈਂ ਕਰਨ ਲੱਗਿਆ ਸੀ ਕਿ ਦਿੱਲੀ ਦੀ ਸਰਕਾਰ ਨੂੰ ਜਿਹੜੀ ਹੈਗੀ ਕੇਂਦਰ ਦੀ ਸਰਕਾਰ ਉਹਨੂੰ ਵੀ ਇਹ ਸਲਾਹ ਗਰੇਵਾਲ ਸਾਹਿਬ ਦੇ ਦੇਣ ਤਾਂ ਵਧੀਆ ਗੱਲ ਆ ਕਿ ਰਾਤੋਂ ਰਾਤ ਜੱਜ ਨੂੰ ਬਦਲ ਦਿੰਦੇ ਨੇ ਹਾਈ ਕੋਰਟ ਦੇ ਨੂੰ ਜਿਹੜਾ ਇੱਕ ਮੈਂ ਇਲੈਕਸ਼ਨ ਲੈਣ ਦੀ ਸਲਾਹ ਕਰ ਰਿਹਾ। ਚਲੋ ਆਪਾਂ ਉਹ ਦੂਜਾ ਮਸਲਾ ਤੁਹਾਡਾ ਕੌਂਸਲਰ ਬਣਿਆ ਗਿਆ ਉੱਥੇ ਛੱਡੋ ਫਿਰ ਉਧਰਲੇ ਪਾਸੇ ਪਾਰਟੀ ਗੱਲ ਚਲੋ ਆਪਾਂ ਦੰਗਿਆਂ ਦੀ ਦੋਸ਼ੀ ਚਲੋ ਆਪਾਂ ਮੁੱਦਾ ਕਿਧਰੇ ਹੋਰ ਨਿਕਲ ਜਾਏਗਾ, ਆਪਾਂ ਗਊਆਂ ਤੇ ਰੱਖੀਏ ਸਿਰਫ। ਦੇਖੋ ਗੱਲ ਇਹ ਹੈ ਜਿਹੜੀ ਭਾਰਤਵਾਜ ਸਾਹਿਬ ਨੇ ਗੱਲ ਕਹੀ ਹੈਗੀ ਕਿ ਇਨਸਾਨੀ ਐਂਡ ਕਾਰਾਂ ਦੀ ਜਿਹੜੀ ਗੱਲ ਕੀਤੀ ਹੈਗੀ, ਇਨਸੀਡੈਂਟ ਵੀ ਹੁੰਦੇ ਨੇ, ਐਕਸੀਡੈਂਟ ਵੀ ਹੁੰਦੇ ਨੇ, ਕਾਰਾਂ ਦੇ ਨਾਲ ਬੰਦੇ ਵੀ ਆਉਂਦੇ ਨੇ, ਥੱਲੇ ਕੈਜੂਅਲਟੀਆਂ ਮਰਦੇ ਵੀ ਨੇ ਸਾਹਿਬ। ਉਹਦੇ ਵਾਸਤੇ ਕਾਨੂੰਨ ਔਰ ਟ੍ਰੈਫਿਕ ਜਿਹੜੀ ਹੈਗੀ ਹੈ ਹਮੇਸ਼ਾ ਉਹਦੇ ਉੱਤੇ ਕੰਟਰੋਲ ਕੀਤਾ ਜਾਂਦਾ ਹੈਗਾ ਵੇ ਕਿ ਰੋਡਸ ਨੂੰ ਵੱਡਾ ਕੀਤਾ ਜਾਂਦਾ ਹੈ ਜਾਂ ਟ੍ਰੈਫਿਕ ਜਿਹੜੀ ਪੁਲਿਸ ਉਹਨੂੰ ਕੰਟਰੋਲ ਕਰਦੀਆਂ, ਰੈੱਡ ਲਾਈਟਸ ਲਈ ਜਾਂਦੀਆਂ ਨੇ। ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਅਗਰ ਗਊਆਂ ਸੜਕਾਂ ਤੇ ਆਉਂਦੀਆਂ ਨੇ ਤੇ ਸਰਕਾਰਾਂ ਨੂੰ ਵੀ ਇਸ ਕਰਕੇ ਅਸੀਂ ਆਗਾਹ ਕਰਦੇ ਆ ਤੇ ਸਰਕਾਰਾਂ ਨੂੰ ਵੀ ਆਪਾਂ ਇਹੀ ਕਹਿੰਦੇ ਆ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਸੜਕ ਤੇ ਚੱਲ ਰਹੀਆਂ ਨੇ, ਕਿੰਨੀਆਂ ਰਿਸਪੌਂਸਿਬਿਲਟੀਆਂ ਨੇ ਉਹਨਾਂ ਦੇ ਉੱਤੇ ਜਦੋਂ ਇਹ ਹਾਦਸੇ ਹੁੰਦੇ ਹੈਗੇ ਨੇ। ਅਸੀਂ ਇਹ ਵੀ ਇਗਨੋਰ ਨਹੀਂ ਕਰ ਰਹੇ ਕਿ ਗਊ ਜਿਹੜੀ ਹੈਗੀ ਉਹ ਉੱਥੇ ਉਹਨਾਂ ਨੂੰ ਛੱਡਿਆ ਜਾਵੇ ਜਾਂ ਉਹਨਾਂ ਨੂੰ ਇਹੋ ਜਿਹੀ। ਅਸੀਂ ਇਸ ਕਰਕੇ ਸਰਕਾਰ ਨੂੰ ਕਹਿੰਦੇ ਨਾ ਉਹਨਾਂ ਦੀ ਇੱਕ ਸੰਸਥਾ ਬਣਦੀ ਹੈ, ਉਹਨਾਂ ਦਾ ਇੱਕ ਸਿਸਟਮ ਨਹੀਂ, ਉਹਨਾਂ ਦਾ ਇੱਕ ਪੈਸਾ ਹੈ। ਆਪਾਂ ਹਰ ਗੱਲ ਇੱਕੋ ਹੀ ਕਹਿ ਦਿੰਦੇ ਹੁੰਦੇ ਆ। ਉਹ ਕਾਂਗਰਸ ਦਾ ਤਾਂ ਹਰ ਇੱਕੋ ਹੀ ਜਿਹੜਾ ਹੈਗਾ ਉਹ ਮਸਲਾ ਸੈਂਟਰ ਸਰਕਾਰ ਸੈਂਟਰ ਕਾਨੂੰਨ ਬਣਾ ਦੇ, ਬੀਜੇਪੀ ਕਾਨੂੰਨ ਬਣਾ ਦੇ, ਬੀਜੇਪੀ ਪੈਸਾ ਦੇ ਦੇ। ਇਹ ਤੇ ਝੋਲੀ ਅੱਡ ਕੇ ਐ ਖੜੇ ਰਹਿੰਦੇ ਨੇ ਪੈਸੇ ਮੰਗਣ ਵਾਸਤੇ ਕਿ ਸਾਨੂੰ ਹੁਣੇ ਪੈਸੇ ਦੇ ਦਿਓ ਤੇ ਅਸੀਂ ਠੀਕ। ਜਿਹੜਾ ਤੁਹਾਡੇ ਕੋਲ ਪੈਸਾ ਪਿਆ ਉਹਦਾ ਕੀ ਕਰ ਰਹੇ ਹੋ ਇਹ ਦੱਸੋ। ਤੁਹਾਡੇ ਕੋਲ ਪਿਛਲਾ ਪੈਸਾ ਵੀ ਪਿਆ, ਤੁਹਾਡੇ ਕੋਲ ਹੁਣ ਦਾ ਪੈਸਾ ਵੀ ਆ ਗਿਆ, ਅੱਗੋਂ ਤੁਸੀਂ ਫਿਰ ਸੈਂਟਰ ਸਰਕਾਰ ਨੂੰ ਕਹੀ ਜਾਂਦੇ ਸਾਨੂੰ ਪੈਸੇ ਦਿਓ। ਉਹ ਗਊਆਂ ਰਕਸ਼ਕ ਅਸੇ ਸਰਕਾਰਾਂ ਬੜੀਆਂ ਨੇ। ਅਗਰ ਸਰਕਾਰਾਂ ਦੇ ਵਿੱਚ ਸੰਵਿਧਾਨ ਦੇ ਅੰਦਰ ਅਗਰ ਇਹ ਚੀਜ਼ਾਂ ਹੈਗੀਆਂ ਨੇ ਤੇ ਉਹਨਾਂ ਨੂੰ ਸਿਸਟਮ ਦੇ ਨਾਲ ਕਰਨਾ ਚਾਹੀਦਾ। ਉਹਨਾਂ ਦੀਆਂ ਹਰ ਚੀਜ਼ਾਂ ਜਿਹੜੀ ਉਹ ਰਕਸ਼ਾ ਕਰਨੀ ਚਾਹੀਦੀ। ਸਾਡੀ ਆਸਥਾ ਵੀ ਜੁੜੀ ਹੈ ਉਸ ਚੀਜ਼ ਦੇ ਨਾਲ। ਤੇ ਅਗਰ ਆਪਾਂ ਰਕਸ਼ਕ ਹੀ ਨਹੀਂ ਬਣ ਸਕਦੇ, ਆਪਾਂ ਬਖਸ਼ਕ ਹੀ ਬਣੀ ਜਾਂਦੇ ਆ ਤੇ ਫਿਰ ਦੱਸੋ ਹੁਣ ਇਹ ਇਨਸਾਫ ਕਿੱਥੇ ਹੋਏਗਾ। ਅਸੀਂ ਤਾਂ ਆਗਾਹ ਕਰਸਦੇ ਹਾਂ, ਤੁਹਾਡੇ ਵੀ ਧੰਨਵਾਦੀ ਹਾਂ। ਤੇ ਧਰਮ ਦੇ ਨਾਲ ਜੁੜੀ ਹੋਈ ਵੀ ਤੁਸੀਂ ਗੱਲ ਕੀਤੀ ਵੀ ਇਦਾਂ ਦੀ ਚੀਜ਼ ਹੋਣੀ ਚਾਹੀਦੀ ਹੈ। ਅਸੀਂ ਤੁਹਾਡਾ ਸਪੈਸ਼ਲੀ ਧੰਨਵਾਦੀ ਹਾਂ ਕਿ ਤੁਸੀਂ ਇਹਦੇ ਤੇ ਡਿਬੇਟ ਰੱਖੀ ਔਰ ਸਰਕਾਰਾਂ ਨੂੰ ਆਗਾਹ ਵੀ ਕਰਾਂਗੇ ਕਿ ਬਾਰ-ਬਾਰ ਇੰਨਾ ਪੈਸਾ ਹੋਣ ਦੇ ਬਾਵਜੂਦ ਤੁਸੀਂ ਹੋਰ ਜਿਹੜੀਆਂ ਫਜ਼ੂਲ ਖਰਚੀਆਂ ਕਰ ਰਹੇ ਹੋ। ਮਗਰ ਇਹ ਜਿਹੜੀਆਂ ਹੈਗੀਆਂ ਨੇ ਇਹਨਾਂ ਚੀਜ਼ਾਂ ਉੱਤੇ ਵੀ ਜਿਹੜੀ ਧਰਮ ਦੇ ਨਾਲ ਆਸਥਾ ਜੁੜੀ ਹੈ ਉਹਦੇ ਤੇ ਵੀ ਪੈਸੇ ਨੂੰ ਖਰਚ ਕੀਤਾ ਜਾਵੇ ਔਰ ਅੱਗੇ ਅਸਤੇ ਵਜੀਆਂ ਗੱਲਾਂ ਨਾ ਹੋਣ, ਲੋਕ ਵੀ ਨਾ ਮਰਨ। ਤੇ
ਇਹ ਕੈਜੁਅਲਟੀਆਂ ਵੀ ਨਾ ਹੋਣ ਔਰ ਜਿਹੜੀ ਗਊ ਮਾਤਾ ਉਹਦੀ ਰੱਖਿਆ ਵੀ ਹੋਵੇ ਤੇ ਧਰਮ ਦੀ ਰੱਖਿਆ ਵੀ ਹੋਵੇ। ਅਸੀਂ ਇਹ ਕਹਿਣਾ ਚਾਹੁੰਦੇ। ਅੱਛਾ ਵਿਜੇ ਭਾਰਦਵਾਜ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਨਾ ਕਿ ਜਿਵੇਂ ਤੁਸੀਂ ਕਿਹਾ ਕਿ ਲੋਕਾਂ ਦੀ ਬੜੀ ਆਸਥਾ ਜੁੜੀ ਹੋਈ ਹੈ, ਲੋਕਾਂ ਦੇ ਮਨ ਦੇ ਵਿੱਚ ਬੜਾ ਪ੍ਰੇਮ ਸਤਿਕਾਰ ਭਾਵਨਾ ਹੈਗੀ ਹੈ। ਮੈਂ ਸਰਕਾਰਾਂ ਨੂੰ ਛੱਡ ਦਿੰਦਾ, ਲੋਕਾਂ ਤੇ ਹੀ ਗੱਲ ਕਰਦੇ ਹਾਂ। ਜਿਨ੍ਹਾਂ ਲੋਕਾਂ ਦੇ ਅੰਦਰ ਆਸਥਾ ਹੈਗੀ ਹੈ, ਪ੍ਰੇਮ ਪਿਆਰ ਹੈਗਾ ਗਊ ਦੇ ਪ੍ਰਤੀ, ਉਹ ਫਿਰ ਅੱਗੇ ਆ ਕੇ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੇ? ਘਰ ਆਪਣੇ ਨਹੀਂ ਰੱਖ ਸਕਦੇ, ਚਲੋ ਮੰਨ ਲਿਆ ਨਹੀਂ ਰੱਖ ਸਕਦੇ, ਬੜੀਆਂ ਪ੍ਰਾਈਵੇਟ ਗਊਸ਼ਾਲਾਵਾਂ ਨੇ, ਉੱਥੇ ਜਾ ਕੇ ਉਹਨਾਂ ਦਾ ਖਰਚਾ ਚੁੱਕਣ। ਸਰਕਾਰੀ ਗਊਸ਼ਾਲਾਵਾਂ ਨੇ, ਉੱਥੇ ਜਾ ਕੇ ਖਰਚਾ ਚੁੱਕਣ। ਸਿਰਫ ਜਦੋਂ ਗੱਲ ਗਊਆਂ ਨੂੰ ਬੁੱਚੜਖਾਨੇ ਭੇਜਣ ਦੀ ਆਂਦੀ ਹੈ, ਫਿਰ ਲਾਲਾ ਕਰ ਦੇਣਾ, ਫਿਰ ਫੇਸਬੁੱਕ ਤੇ ਲੰਬੀਆਂ ਗਾਲਾਂ ਕੱਢ ਦੇਣੀਆਂ ਕਿਸੇ ਨੂੰ ਮੁਸਲਮਾਨ, ਜਿਵੇਂ ਤੁਸੀਂ ਮੁਸਲਮਾਨਾਂ ਦੀ ਸੋਚ ਕਹਿ ਦਿੰਦੇ ਹੋ, ਫਲਾਣੀ ਸੋਚ ਹੈ ਜੀ, ਢਿੰਕੀ ਸੋਚ ਹੈ। ਮੈਨੂੰ ਦੱਸੋ ਨਾ, ਤੇ ਉਦੋਂ ਤੁਸੀਂ ਜਾਂ ਤੁਹਾਡੇ ਵਰਗੇ ਲੋਕ ਕਿੱਥੇ ਜਾਂਦੇ ਨੇ ਜਦੋਂ ਇਹ ਗਾਵਾਂ, ਜਿਵੇਂ ਮਿੱਤਲ ਸਾਹਿਬ ਨੇ ਕਿਹਾ ਕਿ ਗੰਦ ਵਿੱਚ ਪਈਆਂ ਹੁੰਦੀਆਂ ਨੇ, ਮਰ ਰਹੀਆਂ ਹੁੰਦੀਆਂ ਨੇ, ਸੜ ਰਹੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਕੋਈ ਸਾਂਭ ਸੰਭਾਲ ਲਈ ਅੱਗੇ ਨਹੀਂ ਆਂਦਾ। ਜੇਕਰ ਕੋਈ ਬੁੱਚੜਖਾਨੇ ਦੀ ਗੱਲ ਕਰਦਾ ਜਾਂ ਉਹਨਾਂ ਦੇ ਪ੍ਰਤੀ ਕੋਈ ਗੱਲ ਕਰਦਾ, ਫਿਰ ਸਾਰੇ ਡਾਂਗ ਚੁੱਕ ਕੇ ਖੜੇ ਹੋ ਜਾਂਦੇ। ਮੈਂ ਮੁਸਲਮਾਨ ਦੀ ਗੱਲ ਤਾਂ ਕੀਤੀ, ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਵੀ ਮੁਸਲਮਾਨ ਕਹਿੰਦੇ ਵੀ ਸਾਡੇ ਕੋਲ ਸੈਸ ਕਿਉਂ ਲਿੱਤਾ ਜਾਂਦਾ ਸੀ, ਗਾਂ ਨੂੰ ਮੰਨਦੇ ਨਹੀਂ, ਮਾਂ ਨਹੀਂ ਮੰਨਦੇ। ਮੈਂ ਤਾਂ ਤੁਹਾਨੂੰ ਮੁਸਲਮਾਨ ਦੀ ਗੱਲ ਕੀਤੀ ਸੀਗੀ। ਰਹੀ ਗੱਲ ਇਹਦੀ, ਮੈਂ ਤੁਹਾਨੂੰ ਪਹਿਲਾਂ ਹੀ ਸਟਾਰਟਿੰਗ 'ਚ ਗੱਲ ਕੀਤੀ ਸੀ, ਆਪਾਂ ਇਹਨੂੰ ਗੰਭੀਰ ਵਿਸ਼ੇ ਨੂੰ ਇੱਕ ਸੋਲੂਸ਼ਨ ਵਾਲੇ ਪਾਸੇ, ਆਪਾਂ ਸੋਲੂਸ਼ਨ ਵਾਲੇ ਪਾਸੇ ਲੈ ਕੇ ਚੱਲੀਏ। ਸੋਲੂਸ਼ਨ ਕੀ ਹੈ ਇਹਦਾ ਸੋਲੂਸ਼ਨ ਇਹ ਹੈ ਕਿ ਜਿਹੜੀ ਗੋਚਰ ਜ਼ਮੀਨਾਂ ਤੇ ਪੋਲੀਟੀਕਲ ਬੰਦਿਆਂ ਨੇ ਕਬਜ਼ੇ ਕੀਤੇ ਹੋਏ ਆ, ਹਰ ਪਿੰਡ ਦੇ ਵਿੱਚ ਗੋਚਰ ਜ਼ਮੀਨਾਂ, ਕਈ ਲੱਖ ਏਕੜ ਜ਼ਮੀਨ ਜਿਹੜੀ ਆਪਣੀ, ਕਈ ਹਜ਼ਾਰ ਏਕੜ ਜ਼ਮੀਨ ਜਿਹੜੀ ਹੈ ਉਹ ਗੋਚਰ ਭੂਮੀ ਹੈ, ਹਰ ਪਿੰਡ ਦੀ ਭੂਮੀ ਹੈ। ਉਹ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ। ਉਹ ਕਬਜ਼ੇ ਛੁਡਾ ਕੇ ਜਿਹੜੇ ਪਿੰਡ, ਜਿਹੜੇ ਸ਼ਹਿਰਾਂ ਦੇ ਨਜ਼ਦੀਕ ਪਿੰਡ ਹੈ, ਉਹ ਜ਼ਮੀਨਾਂ ਦੇ ਉੱਤੇ ਵੱਡੀਆਂ ਗਊਸ਼ਾਲਾ ਬਣਾਈਆਂ ਜਾਣ। ਸਾਰਿਆਂ ਦੀ ਸਾਰੀ ਸਮੱਸਿਆ ਜਿਹੜੀ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਨਾਲ ਸੜਕਾਂ ਤੇ ਗਊਧਨ ਘੁੰਮਦਾ ਪਿਆ, ਉਹਨਾਂ ਨੂੰ ਉੱਥੇ ਆਰਾਮ ਨਾਲ ਸ਼ਿਫਟ ਕੀਤਾ ਜਾ ਸਕਦਾ। ਸਭ ਤੋਂ ਵੱਡੀ ਸਮੱਸਿਆ ਦਾ ਹੱਲ ਇਹ ਕੀਤਾ ਜਾ ਸਕਦਾ। ਨੰਬਰ 2, ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀਗੀ, ਜਿਹੜੀ ਵਿਦੇਸ਼ੀ ਗਾਵਾਂ, ਜਿਹੜੀਆਂ ਡੈਰੀ ਫਾਰਮ, ਇਹਨਾਂ ਦੀ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਸਕਰੂਟਨੀ ਕੀਤੀ ਜਾਏ। ਹਰ ਪਿੰਡ ਦੇ ਵਿੱਚ ਇਹਨਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਏ ਵੀ ਕਿੰਨੀਆਂ ਲੈ ਕੇ ਆਂਦੇ ਪਏ ਹੈ ਉਹ ਗਾਵਾਂ। ਫਿਰ ਉਸ ਤੋਂ ਬਾਅਦ ਜਿਹੜੀ ਜਰਸੀ ਹੈ ਉਹ ਗਈ ਕਿੱਥੇ, ਦੁੱਧ ਤੋਂ ਬਾਅਦ ਜਿਹੜੇ ਫੰਡਰ ਹੋ ਜਾਂਦੀ ਹੈ ਉਹ ਕਿੱਥੇ ਜਾਂਦੀ ਪਈ ਹੈ, ਉਹਦੀ ਇਹਨਾਂ ਨੂੰ ਜਾਣਕਾਰੀ ਪ੍ਰਸ਼ਾਸਨ ਨੂੰ ਲੈਣੀ ਪੈਣੀ ਹੈ। ਔਰ ਨੰਬਰ 3, ਇਹਦਾ ਸਭ ਤੋਂ ਵੱਡਾ ਜਿਹੜਾ ਸੋਲੂਸ਼ਨ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਜਰਸੀ ਹੈ ਇਹ ਕੋਈ ਗਾਂ ਨਹੀਂ ਹੈ, ਇਹਦਾ ਫਾਇਦਾ ਨਹੀਂ ਹੈ, ਨਾ ਇਹਦੇ ਗੋਬਰ ਦਾ ਫਾਇਦਾ ਹੈ, ਨਾ ਇਹਦੇ ਦੁੱਧ ਦਾ ਫਾਇਦਾ ਹੈ। ਇਹਦੀ ਨਸਲ ਖਤਮ ਕਰਨ ਵਾਸਤੇ ਇਹਨਾਂ ਦੀ ਨਸਬੰਦੀ ਕਰਨੀ ਚਾਹੀਦੀ ਹੈ। ਇਹਨਾਂ ਦੀ ਬਿਲਕੁਲ ਲਿਆਣਾ ਬੰਦ ਕਰਨਾ ਚਾਹੀਦਾ। ਇਹਨਾਂ ਦੀ ਨਸਲਾਂ ਜਦ ਇਹਦੀ ਅੱਗੇ ਨਸਲ ਹੀ ਨਹੀਂ ਰਹੇਗੀ ਤੇ ਆ ਜਿਹੜਾ ਸੋਲੂਸ਼ਨ ਹੈ ਸੜਕਾਂ ਤੇ ਘੁੰਮਣ ਦਾ, ਕੋਈ ਜਿਹੜੀ ਦੇਸੀ ਗਾਂ ਤੁਸੀਂ ਦੇਖਿਆ ਹੋਏਗਾ ਨਾ, ਦੇਸੀ ਗਾਂ ਸੜਕਾਂ ਤੇ ਘੁੰਮਦੀ ਹੈ ਨਾ ਹੀ ਕੋਈ ਉਹਨਾਂ ਨੂੰ ਛੱਡਦਾ। ਜੇ ਨਜ਼ਰ ਵੀ ਆ ਜਾਂਦੀ ਹੈ ਤੇ ਗਊਸ਼ਾਲਾ ਵਾਲੇ ਉਹ ਇੱਕ ਤੁਰੰਤ ਉਹਨੂੰ ਲੈ ਕੇ ਜਾਂਦੇ। ਆ ਜਿਹੜੀ ਗਾਂ ਹੈ ਕਿਉਂਕਿ ਇਹ ਨਸਲਾਂ ਖਰਾਬ ਕਰਦੀ ਹੈ, ਇਹਨੂੰ ਕੋਈ ਆਪਣੀ ਗਊਸ਼ਾਲਾ 'ਚ ਰੱਖ ਕੇ ਰਾਜੀ ਵੀ ਨਹੀਂ ਹੈ ਜਰਸੀ ਗਾਂ ਨੂੰ। ਇਸ ਕਰਕੇ ਇਹਨਾਂ ਦਾ ਤਾਂ ਜਿਹੜਾ ਤਰੀਕੇ ਦੇ ਨਾਲ ਸੋਲੂਸ਼ਨ, ਗਾਂ ਅਸੀਂ ਵੱਢਣ ਦੇ ਹੱਕ ਵਿੱਚ ਨਹੀਂ ਹੈ, ਬੁੱਚੜਖਾਨੇ ਭੇਜਣ ਦੇ ਹੱਕ ਵਿੱਚ ਬਿਲਕੁਲ ਨਹੀਂ ਅਸੀਂ। ਹਾਂਜੀ ਮਿੱਤਲ ਸਾਹਿਬ, ਇੱਕ ਸੁਰਤਾ ਦੇ ਵਿੱਚ ਸਾਰੀਆਂ ਲਗਭਗ ਰਾਜਨੀਤਿਕ ਪਾਰਟੀਆਂ ਕਹਿ ਰਹੀਆਂ ਨੇ ਕਿ ਬੁੱਚੜਖਾਨੇ ਦੇ ਹੱਕ ਦੇ ਵਿੱਚ ਨਹੀਂ ਆ। ਮੈਂ ਤੁਹਾਡੇ ਤੋਂ ਇੱਕ ਸਵਾਲ ਪਹਿਲਾਂ ਪੁੱਛਿਆ ਸੀਗਾ ਕਿ ਮਤਾ ਤਾਂ ਇਹ ਹੋਣਾ ਚਾਹੀਦਾ ਸੀਗਾ ਕਿ ਇਹਨਾਂ ਦੀ ਸਾਂਭ ਸੰਭਾਲ ਹੋਵੇ, ਮਤਾ ਇਹ ਕਿਉਂ ਆਇਆ ਕਿ ਇਹਨਾਂ ਨੂੰ ਬੁੱਚੜਖਾਨੇ ਭੇਜੋ? ਨਹੀਂ ਦੇਖੋ, 1 ਲੱਖ ਦਾ ਜਿੱਦਾਂ ਤੁਸੀਂ ਹਰਪ੍ਰੀਤ ਜੀ ਡਾਟਾ ਦਿੱਤਾ, ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ? ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀਆਂ ਪੋਲੀਟੀਕਲ ਕਲਾਸ ਨੇ ਜ਼ਮੀਨਾਂ ਦੱਬੀਆਂ ਹੋਈਆਂ ਨੇ, ਹੁਣ ਇਹ ਜਿਹੜੇ ਹਿੰਦੂ ਸੰਗਠਨ ਜਿਹੜੇ ਹੈਗੇ ਨੇ, ਇਹਨਾਂ ਨੇ ਕੋਈ ਲੜਾਈ ਲੜੀ ਹੈ ਉਸ ਗੱਲ ਦੇ ਖਿਲਾਫ ਕਿ ਪੋਲੀਟੀਕਲ ਕਲਾਸ ਕੋਈ ਲਿਸਟ, ਕੋਈ ਡਾਟਾ ਇਕੱਠਾ ਕੀਤਾ ਵੀ ਕਿਹੜੇ ਲੀਡਰਾਂ ਦੀਆਂ ਕਿੱਥੇ ਜ਼ਮੀਨਾਂ ਪਈਆਂ ਨੇ? ਉਹ ਡਾਟਾ ਇਕੱਠਾ ਕਰਕੇ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਸੀਗਾ। ਉਹ ਤਾਂ ਇਹਨਾਂ ਨੇ ਵੀ ਨਹੀਂ ਕੀਤਾ ਹੈਗਾ। ਉਹ ਅਪਰੋਚ ਕਰਨ ਤੋਂ ਬਾਅਦ ਉਸ ਤੋਂ ਬਾਅਦ ਕਿੰਨੀਆਂ ਗਊਸ਼ਾਲਾ ਉਸਾਰਨ ਦੇ ਲਈ ਸਰਕਾਰ ਦਾ ਡਾਟਾ ਇਕੱਠਾ ਕਰਨ ਦਾ, ਨਹੀਂ ਤੁਸੀਂ ਅਗਰ ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਹਾਨੂੰ ਪਤਾ ਹੋ ਨਾ, ਸਾਨੂੰ ਤਾਂ ਪਤਾ ਨਹੀਂ ਕਿਹੜੇ ਲੋਕਾਂ ਨੇ ਜ਼ਮੀਨਾਂ ਦੱਬੀਆਂ ਹੋਈਆਂ, ਸਾਨੂੰ ਤਾਂ ਪਤਾ ਨਹੀਂ ਹੈ ਵੀ ਕਿਹੜੇ ਲੋਕਾਂ ਨੇ ਜ਼ਮੀਨਾਂ ਦੱਬੀਆਂ ਹੋਈਆਂ ਨੇ। ਅਗਰ ਕਿਸੇ ਵੀ ਲੀਡਰ ਨੇ ਦੱਬੀ ਹੈ ਜ਼ਮੀਨ ਦਾ ਛੜਾ ਕੇ ਉਸ ਤੋਂ ਬਾਅਦ ਫਿਰ ਉਹ ਤੇ ਗਊਸ਼ਾਲਾ ਉਸਾਰਨੀ, ਕਿੱਡਾ ਮਤਲਬ ਉਹਨਾਂ ਲਈ ਬਜਟ ਚਾਹੀਦਾ, ਕਿੰਨਾ ਪੈਸਾ ਚਾਹੀਦਾ, ਕਿੰਨਾ ਨੂੰ ਟਾਈਮ ਲੱਗੇਗਾ ਕਿ ਮਤਲਬ ਬਹੁਤ ਲੰਬਾ ਇੱਕ ਪ੍ਰੋਸੈਸ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਮੰਨ ਲਓ ਇੱਕ ਐਸਡੀਐਮ ਨੇ ਜਾਣਕਾਰੀ ਇਕੱਠੀ ਕਰ ਲਈ ਕਿ ਪਿੰਡ ਦੇ ਵਿੱਚ 10-12 ਗਊਆਂ ਘੁੰਮ ਰਹੀਆਂ ਨੇ, ਉਹ ਪਰ ਐਸਡੀਐਮ ਕੀ ਕਰੇਗਾ? ਲੋਕ ਤਾਂ ਐਸਡੀਐਮ ਦੇ ਕਿੰਨੇ ਇਨਸੀਡੈਂਟ ਹੋਏ ਕਿ ਲੋਕ ਐਸਡੀਐਮ ਦੇ ਘਰਾਂ ਮੂਹਰੇ ਗਊਆਂ ਬਣ ਗਏ, ਅਵਾਰਾ ਪਸ਼ੂ ਬਣ ਕੇ ਗਏ ਆ। ਕਿਉਂਕਿ ਜਿਹੜੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ, 200 ਕਰੋੜ ਤੋਂ ਉੱਪਰ ਦਾ ਨੁਕਸਾਨ ਇੱਕ ਸਾਲ ਦੇ ਵਿੱਚ ਅਵਾਰਾ ਪਸ਼ੂ ਕਰਦੇ ਆ, ਤਾਂ ਉਹਨਾਂ ਦਾ ਕੋਈ ਸੋਲੂਸ਼ਨ ਹੈ ਇਹਨਾਂ ਕੋਲ ਕੋਈ ਨਹੀਂ ਹੈ। ਇਸ ਕਰਕੇ ਸਾਨੂੰ ਇਹ ਮਤਾ ਲੈ ਕੇ ਆਉਣਾ ਪਿਆ ਕਿ ਜੇ ਤਾਂ ਤੁਹਾਡੇ ਕੋਲ ਕੋਈ ਇਸ ਤੋਂ ਬਿਹਤਰ ਕੋਈ ਹੋਰ ਰੋਡ ਮੈਪ ਹੈ ਸਰਕਾਰ ਕੋਲੇ ਤਾਂ ਦਿਓ ਤੁਸੀਂ। ਅਸੀਂ ਇਹ ਨਹੀਂ ਕਹਿ ਰਹੇ ਸਾਡਾ ਤੁਸੀਂ ਰੱਖ ਦਿਓ ਕਿ ਸਾਡਾ ਰੋਡ ਮੈਪ ਜਿਹੜਾ ਹੈਗਾ ਅਸੀਂ ਦਿੱਤਾ ਜਿਹੜਾ ਉਹ ਸੈਕੰਡਰੀ ਹੈ, ਤੁਸੀਂ ਆਪਣਾ ਪ੍ਰਾਇੋਰਟੀ ਤੇ ਲੈ ਕੇ ਆਓ, ਸਾਡੇ ਕੋਲੇ ਆਹ ਰੋਡ ਮੈਪ ਹੈ। ਪਰ ਇਸ ਚੀਜ਼ ਦਾ ਹੱਲ ਕਰੋ ਕਿ ਜਿਹੜੇ ਸਾਡੇ ਨੌਜਵਾਨ, ਸਾਡੇ ਲੋਕ ਜਿਹੜੇ ਉੱਥੇ ਸੜਕਾਂ ਦੇ ਉੱਤੇ ਮਰ ਰਹੇ ਆ, ਜਦੋਂ ਯਾਤਰਾ ਕਰਦੇ ਆ ਅਸੀਂ ਸੜਕਾਂ ਦੇ ਉੱਪਰ, ਤੇ ਜਿਹੜੀ ਸਾਡੀ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਖਰਾਬ ਹੋ ਰਹੀ ਆ, ਉਹਨਾਂ ਦਾ ਹੱਲ ਕਰਨ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ। ਗਊਸ਼ਾਲਾਵਾਂ ਨੂੰ ਹੋਰ ਬਿਹਤਰ ਬਣਾਉਣਾ ਚਾਹੀਦਾ, ਉਹਨਾਂ ਦੀ ਕੈਪੈਸਿਟੀ ਜ਼ਰੂਰ ਵਧਾਉਣੀ ਚਾਹੀਦੀ ਹੈ। ਜਿਹੜੇ ਉੱਥੇ ਪਦ ਖਾਲੀ ਨੇ, ਜਿਵੇਂ ਗਊਸ਼ਾਲਾ ਬੋਰਡ ਬਣਿਆ ਹੁੰਦਾ, ਚੇਅਰਮੈਨ, ਡਾਇਰੈਕਟਰ ਜੋ ਵੀ ਉਹਨਾਂ ਨੇ ਲਾਉਣੇ ਆ, ਉਹ ਵੀ ਸਰਕਾਰ ਨੂੰ ਲਾਉਣੇ ਚਾਹੀਦੇ ਆ। ਪਰ ਨਾਲ ਦੀ ਨਾਲ ਜਿਹੜੀਆਂ 1 ਲੱਖ ਦਾ ਜਿਹੜਾ ਤੁਸੀਂ ਅੰਕੜਾ ਦਿੱਤਾ, ਇਹਦਾ ਹੱਲ ਜ਼ਰੂਰ ਕਰਨਾ ਚਾਹੀਦਾ। ਬਹੁਤ ਵੱਡਾ ਅੰਕੜਾ
ਅੰਕੜਾ ਹੈਗਾ ਔਰ ਇਸ ਤੋਂ ਵੀ ਵੱਡਾ ਅੰਕੜਾ ਪੈਸਿਆਂ ਦਾ ਹੈਗਾ ਜਿਹੜਾ ਵੱਖ-ਵੱਖ ਵਿਭਾਗਾਂ ਦੇ ਕੋਲ ਪਿਆ, ਜਿਵੇਂ 41 ਕਰੋੜ ਆਬਕਾਰੀ ਟਰਾਂਸਪੋਰਟ ਕੋਲ 16 ਕਰੋੜ ਰੁਪਈਆ ਔਰ PSPA ਕੋਲ 5.5 ਕਰੋੜ ਰੁਪਈਆ। ਉਹ ਪੈਸਾ ਦੇ ਹੀ ਨਹੀਂ ਰਹੇ। ਮਤਲਬ ਜੇ ਤੁਸੀਂ ਪੈਸਾ ਹੀ ਨਹੀਂ ਦੇ ਰਹੇ, ਲੋਕਾਂ ਤੋਂ ਇਕੱਠਾ ਕਰ ਰਹੇ ਹੋ, ਪੈਸਾ ਕਿਧਰੇ ਹੋਰ ਖਰਚਾ ਕਰਦੇ ਹੋ। ਇਸ ਲਈ ਭਾਰਦਵਾਜ ਸਾਹਿਬ ਮੇਰਾ ਆਬਜੈਕਸ਼ਨ ਹੈ, ਮੇਰੇ ਤੋਂ ਤੁਸੀਂ ਪੈਸਾ ਲੈ ਰਹੇ ਹੋ ਕਾਊ ਸੈਸ ਦਾ, ਤੁਸੀਂ ਕਾਊ ਸੈਸ ਦੇ ਖਰਚ ਨਹੀਂ ਰਹੇ, ਕਰੋੜਾਂ ਰੁਪਈਏ ਤੁਸੀਂ ਮੇਰੇ ਤੋਂ ਇਕੱਠੇ ਕਰ ਲਏ ਕਾਊ ਸੈਸ ਦੇ ਰੂਪ ਦੇ ਵਿੱਚ, ਪੈਸਾ ਤੁਸੀਂ ਲਾ ਨਹੀਂ ਰਹੇ। ਫਿਰ ਤਾਂ ਮੈਂ ਇਤਰਾਜ਼ ਜਤਾਵਾਂਗਾ ਨਾ ਕਿ ਮੇਰੀ ਆਸਥਾ ਵੀ ਨਹੀਂ ਹੈਗੀ, ਇਸ ਦੇ ਬਾਵਜੂਦ ਮੈਂ ਪੈਸਾ ਦੇ ਰਿਹਾ, ਉਸ ਦੇ ਬਾਵਜੂਦ ਵੀ ਤੁਸੀਂ ਸੰਭਾਲ ਨਹੀਂ ਕਰ ਰਹੇ ਔਰ ਲੋਕ ਮਰ ਰਹੇ ਨੇ, ਐਕਸੀਡੈਂਟ ਹੋ ਰਹੇ ਨੇ, ਤੇ ਹਾਲੇ ਵੀ ਤੁਸੀਂ ਕਹਿ ਰਹੇ ਹੋ ਕਿ ਆਸਥਾ ਬਣਾਈ ਰੱਖੋ, ਪੈਸਾ ਦਿੰਦੇ ਰਹੋ, ਲੋਕ ਮਰਦੇ ਰਹਿਣ ਪਰ ਅਸੀਂ ਸਵਾਲ ਨਾ ਚੁੱਕੀਏ। ਹੁਣ ਸਵੈਚ ਸਾਹਿਬ ਤੁਸੀਂ ਦੱਸੋ, ਤੁਹਾਡੇ ਕੋਲ ਰੋਡ ਮੈਪ ਹੈਗਾ ਕੋਈ ਕਿ ਨਹੀਂ ਹੈ? ਬਿਲਕੁਲ ਜੀ, ਪੈਸਾ ਸਵੈਚ ਸਾਹਿਬ ਵੀ ਇਕੱਠਾ ਕਰਦੇ ਮੈਂ ਉਹੀ ਦੱਸ ਰਿਹਾ ਨਾ, ਪੁੱਛੀਏ ਨਾ। ਪਹਿਲਾਂ ਤਾਂ ਜਿਹੜਾ ਪੈਸਾ ਇਕੱਠਾ ਹੋਇਆ ਪਿਆ, ਜਿਹੜਾ ਹੁਣ ਤੱਕ ਤੁਸੀਂ ਕਹਿ ਰਹੇ ਹੋ ਨਹੀਂ ਲੱਗਿਆ ਹੈਗਾ, ਇਹਦੇ ਵਾਸਤੇ ਇਸ ਸਾਲ ਤੋਂ ਜਿਹੜਾ ਹੈਗਾ, ਹੁਣ ਚਲੋ ਪਿੱਛੇ ਜੋ ਹੋ ਗਿਆ ਹੈ ਨਾ ਜੀ, ਹੁਣ ਕਿਉਂਕਿ ਸਮੱਸਿਆ ਬਹੁਤ ਗੰਭੀਰ ਹੈਗੀ ਜੀ, ਜਾਨਾਂ ਬਹੁਤ ਜਾ ਰਹੀਆਂ ਨੇ ਸੜਕਾਂ ਤੇ ਲੋਕਾਂ ਨੂੰ ਮੁਆਵਜ਼ਾ ਵੀ ਜਿਹੜਾ ਹੈਗਾ ਕਿਤੇ ਜਿਵੇਂ ਸ਼ਹਿਰ ਦੇ ਵਿੱਚ ਹੈ, ਮਿਊਨਿਸਪੈਲਿਟੀ ਦੇ ਵਿੱਚ ਹੈ, ਕਈ ਲੋਕ ਹਾਈ ਕੋਰਟ ਇੱਟਾਂ ਪਾਉਂਦੇ ਨੇ, ਹਾਈ ਕੋਰਟ ਨੇ ਕਿ 10 ਲੱਖ 8 ਲੱਖ ਦਿੱਤਾ ਹੈ, ਹਾਈ ਕੋਰਟ ਪਟਿਆਲਾ ਦੇ ਵਿੱਚ ਹੋਇਆ ਜੇ ਇਦਾਂ ਦਿੱਤਾ ਹੈ ਪੈਸਾ, ਹਾਈ ਕੋਰਟ ਨੇ ਸਰਕਾਰ ਨੂੰ ਦੇਣਾ ਪਿਆ, ਮਿਊਨਿਸਪੈਲਿਟੀ ਜਿਹੜੇ ਕਮੇਟੀਜ਼ ਨੇ, ਕਾਰਪੋਰੇਸ਼ਨ ਨੂੰ ਦੇਣਾ ਪਿਆ। ਲੇਕਿਨ ਜਿੱਥੇ ਰੂਰਲ ਏਰੀਆ ਦੇ ਵਿੱਚ ਉੱਥੇ ਵੀ ਕਈ ਮੌਤਾਂ ਹੋਈਆਂ ਨੇ, ਅਵਾਰਾ ਜਿਹੜੇ ਪਸ਼ੂਆਂ ਨੇ ਇਹਨਾਂ ਨੇ ਲੋਕੀ ਮਾਰੇ ਨੇ, ਲੇਕਿਨ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਕਿਉਂਕਿ ਸਰਕਾਰ ਉੱਥੇ ਕਹਿੰਦੀ ਹੈ ਦੇਖੋ ਜੀ ਕਿ ਇਹ ਮਿਊਨਿਸਪੈਲਿਟੀ ਤੋਂ ਬਾਹਰ ਹੈਗਾ, ਇਹ ਰੂਰਲ ਏਰੀਆ ਦੇ ਵਿੱਚ ਹੈਗਾ, ਪੰਚਾਇਤਾਂ ਕੋਲ ਫੰਡ ਨਹੀਂ ਹੁੰਦਾ, ਕੋਈ ਰੂਰਲ ਜਿਹੜਾ ਡਿਵੈਲਪਮੈਂਟ ਹੈਗੀ ਹੈ ਡਿਪਾਰਟਮੈਂਟ, ਉਹਦੇ ਕੋਲ ਫੰਡ ਨਹੀਂ ਰੱਖਿਆ ਅਲੱਗ। ਸੋ ਸਰਕਾਰ ਨੂੰ ਇਸ ਪਾਸੇ ਗੰਭੀਰ ਹੈਗੀ ਸਾਡੀ ਸਰਕਾਰ ਪੂਰੀ, ਇਹਦਾ ਜਿਹੜਾ ਹੈਗਾ ਪੈਸਾ ਲਾ ਕੇ ਉਹਨਾਂ ਨੂੰ ਕੋਸ਼ਿਸ਼ ਪਹਿਲਾਂ ਇਹ ਹੋਏਗੀ ਕਿ ਸਾਰਿਆਂ ਨੂੰ ਕੰਟੇਨ ਕਰਕੇ ਗਊਸ਼ਾਲਾ ਦੇ ਵਿੱਚ ਭੇਜ ਕੇ ਉੱਥੇ ਪ੍ਰੋਪਰ ਤਰੀਕੇ ਨਾਲ ਕੀਤਾ ਜਾਵੇ। ਲੇਕਿਨ ਵੱਡੀ ਇੱਕ ਕੈਪੈਸਿਟੀ ਦੀ ਗੱਲ ਇਹ ਹੈਗੀ ਹੈ, ਇਸੇ ਕਰਕੇ ਮੈਂ ਕਹਿੰਦਾ ਜ਼ਰੂਰਤ ਹੈਗੀ ਹੈ ਕਿ ਆਪਾਂ ਗਊ ਦੀ ਪਰਿਭਾਸ਼ਾ ਜਿਹੜੀ ਹੈ ਨਾ ਜਰਸੀ ਗਾਂ ਨੂੰ ਵਿੱਚੋਂ ਕੱਢੀਏ ਤਾਂ ਕਿ ਫਿਰ ਜਿਹੜੀ ਹੈਗੀ ਸਮੱਸਿਆ ਬਹੁਤ ਹੱਦ ਤੱਕ ਹੱਲ ਹੋ ਜਾਏਗੀ। ਨਹੀਂ ਦੇਸੀ ਗਾਂ ਨੂੰ ਵਿੱਚੋਂ ਕੱਢ ਦੋ, ਡਿਫਰੈਂਸ਼ੀਏਟ ਕਰ ਦੋ, ਫਿਰ ਜਿਹੜੀ ਬਾਕੀ ਜਰਸੀ ਗਊ ਬਚਦੀ ਹੈ ਫਿਰ ਉਹਦਾ ਕੀ ਕਰਨਾ ਪਏਗਾ ਜੀ, ਕਰਨਾ ਪਏਗਾ, ਫਿਰ ਤਾਂ ਉਹਦਾ ਕਿਸੇ ਪਾਸੇ ਹੱਲ ਕਰਨਾ ਪਏਗਾ ਜੀ, ਕਰਨਾ ਪਏਗਾ, ਫਿਰ ਤਾਂ ਉਹੀ ਹੱਲ ਹੈ ਨਾ, ਜੇ ਕਿਸੇ ਨੂੰ ਵਿਚਾਰ ਕਰਦੇ ਬਾਹਰ ਕੱਢਣਾ ਪੈਣਾ। ਹਾਂ ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਅਲਟੀਮੇਟਲੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਯਤਨਸ਼ੀਲ ਹੈਗੇ ਹਾਂ, ਯਤਨ ਕਰ ਰਹੇ ਹਾਂ, ਪਰ ਅੰਕੜਾ ਬਹੁਤ ਵੱਡਾ ਹੈ, ਗਿਣਤੀ ਬਹੁਤ ਵੱਡੀ ਹੈ। ਉਹ ਗਿਣਤੀ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਕਿ 1 ਲੱਖ ਗਊਆਂ ਸਾਰੀਆਂ ਗਊਸ਼ਾਲਾਵਾਂ ਦੇ ਵਿੱਚ ਭੇਜੀਆਂ ਜਾ ਸਕਦੀਆਂ ਨੇ? ਇਹ ਸਵਾਲ ਵੱਡਾ ਹੈਗਾ, ਸਰਕਾਰ ਦੇ ਸਾਹਮਣੇ ਚੁਣੌਤੀ ਵੀ ਹੈਗੀ ਹੈ ਕਿ ਉਹ ਇਸ ਨੂੰ ਕਿਸ ਤਰ੍ਹਾਂ ਹੱਲ ਕਰਦੀ ਹੈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।